ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਧਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸਨ ਸੋਇ। ਦੋਹਰਾ ਨਾਮ ਜਵਾਹਰ ਸਿੰਘ ਜਿਸ ਜੜਿਆ ਸਿੱਖ ਸੁਨਿਆਰ। ਸੁਤਾ ਤਰਨ ਤਿਸ ਕੀ ਹੁਤੀ ਸੁੰਦਰ ਬਹੁ ਸੁਕੁਮਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਹਲਤ ਪਲਤ ਦੇ ਰੱਖਿਅਕ ਬਾਣੀ ਕੇ ਬੋਹਿਤ ਨਾਮ ਦੇ ਸੋਮੇ ਗਿਆਨ ਸਵਰੂਪ ਹਾਜ਼ਰਾ ਹਜੂਰ ਜਾਹਰਾ ਜਹੂਰ। ਸਰਬ ਕਲਾ ਭਰਪੂਰ ਸਰਬਰੇ ਕਾਇਨਾਤ ਕੁੱਲ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਲੜੀਵਾਰ ਕਥਾ ਵਿਚਾਰ ਆਪ ਜੀ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਇਤਿਹਾਸ ਸਰਵਣ ਕਰ ਰਹੇ ਹੋ। ਕੱਲ੍ਹ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਆਗਰੇ ਦੇ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬਹਾਦਰ ਸ਼ਾਹ ਦੇ ਨਾਲ ਜਦੋਂ ਮੇਲ ਹੁੰਦਾ ਹੈ, ਇੱਥੇ ਬਹਾਦਰ ਸ਼ਾਹ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਜਦੋਂ ਕੁਝ ਬਚਨ ਬਿਲਾਸ ਕਰਦੇ ਹੈ, ਉੱਥੇ ਕੁਝ ਪਠਾਣਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਰਾਮਾਤ ਵਿਖਾਉਣ ਵਾਸਤੇ, ਜਿਹੜੀ ਕਿ ਕਰਾਮਾਤ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਤਰੀਕੇ ਨਾਲ ਦਿਖਾਉਂਦੇ, ਉਹ ਕਰਾਮਾਤ ਦੇਖਣੀ ਚਾਹੁੰਦੇ ਕਿ ਸ਼ਕਤੀ ਇਹਨਾਂ ਦੇ ਵਿੱਚ ਕੀ ਹੈ, ਕੀ ਕਰਾਮਾਤ ਦਿਖਾਉਂਦੇ ਨੇ। ਪਾਤਸ਼ਾਹ ਜੀਆਂ ਨੇ ਉਸ ਸਮੇਂ ਆਪਣੇ ਧਨ ਨੂੰ ਇੱਕ ਕਰਾਮਾਤ ਕਿਹਾ, ਇੱਕ ਸ਼ਕਤੀ ਨੂੰ ਵੀ ਕਰਾਮਾਤ ਕਿਹਾ ਵੀ ਜਿਹਦੇ ਕੋਲ ਕੋਈ ਸ਼ਕਤੀ ਹੈ, ਭਾਵੇਂ ਉਹ ਧਨ ਦੀ ਹੈ ਭਾਵੇਂ ਰਾਜ ਭਾਗ ਦੀ ਹੈ, ਉਹ ਵੀ ਇੱਕ ਕਰਾਮਾਤ ਹੈ। ਪਰ ਜਦੋਂ ਉਹਨਾਂ ਨੇ ਵਾਰ-ਵਾਰ ਫਿਰ ਸਵਾਲ ਕੀਤੇ ਵੀ ਸਾਨੂੰ ਕੋਈ ਕਰਾਮਾਤ ਵਿਖਾਓ ਕਰਾਮਾਤ ਵਿਖਾਓ, ਉਹਨਾਂ ਦਾ ਭਾਵ ਸੀ ਕੋਈ ਐਸੀ ਸ਼ਕਤੀ ਵਿਖਾਉਣ, ਅਗੰਮੀ ਸ਼ਕਤੀ ਜਿਹੜੀ ਵਿਖਾਉਣ। ਫਿਰ ਮਹਾਰਾਜ ਸਾਹਿਬ ਜੀ ਨੇ ਆਪਣੇ ਮਿਆਨ 'ਚੋਂ ਸ੍ਰੀ ਸਾਹਿਬ ਕੱਢੀ, ਜਿਹਨੂੰ ਪਾਤਸ਼ਾਹ ਜੀ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਾਹਿਬ ਸਰੋਹੀ ਸਾਹਿਥੀ ਜਹ ਹਮਾਰੇ ਪੀਰ ਕਹਿੰਦੇ ਹਨ। ਸਤਿਗੁਰੂ ਨੇ ਆਪਣੇ ਮਿਆਨ ਵਿੱਚੋਂ ਲਿਸ਼ਕਾਂ ਮਾਰਦੀ ਤਿੱਖੀ ਸ੍ਰੀ ਸਾਹਿਬ ਕੱਢ ਕੇ ਜਦੋਂ ਹਵਾ ਦੇ ਵਿੱਚ ਲਹਿਰਾਈ ਹੈ,
ਉਸ ਵੇਲੇ ਸਾਰਿਆਂ ਦੇ ਮਨ ਵਿੱਚ ਬੜਾ ਡਰ ਭਉ ਹੋਇਆ। ਮਹਾਰਾਜ ਜੀ ਨੇ ਉਹਨੂੰ ਵੀ ਕਿਹਾ ਵੀ ਇਹ ਵੀ ਇੱਕ ਕਰਾਮਾਤ ਹੈ। ਸ੍ਰੀ ਭਗਉਤੀ, ਸ੍ਰੀ ਭਗਉਤੀ ਵੀ ਪਰਮਾਤਮਾ ਦਾ ਨਾਮ ਹੈ ਅਤੇ ਪਰਮਾਤਮਾ ਦੀ ਦਿੱਤੀ ਹੋਈ ਤੇਗ ਜਿਹੜੀ ਸਵੈ ਰੱਖਿਆ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ ਮਹਾਰਾਜ ਨੇ ਸ੍ਰੀ ਸਾਹਿਬ ਨੂੰ ਵੀ ਕਰਾਮਾਤ ਦੱਸਿਆ। ਇਸ ਤਰ੍ਹਾਂ ਪਾਤਸ਼ਾਹ ਜੀ ਜਦੋਂ ਬਚਨ ਬਿਲਾਸ ਕਰਦੇ ਹੈ ਅਤੇ ਉਹਨਾਂ ਨੂੰ ਇਸ ਤਰ੍ਹਾਂ ਕਰਾਮਾਤ ਬਾਰੇ ਦੱਸਣਾ ਕੀਤਾ। ਹਜੂਰ ਨੇ ਉੱਥੇ ਹੋਰ ਬਚਨ ਬਿਲਾਸ ਕੀਤੇ। ਇੱਕ ਸਿੱਖ ਜਿਹੜਾ ਸੀ ਨਾ, ਸੁਨਿਆਰਾ ਸਿੱਖ ਮਹਾਰਾਜ ਦੀ ਸ਼ਰਨ ਵਿੱਚ ਆਉਂਦਾ ਹੈ। ਬਹਾਦਰ ਸ਼ਾਹ ਜਿਹੜਾ ਸੀ ਉਹ ਆਪਣੇ ਤਰੀਕੇ ਦੇ ਨਾਲ ਇੱਕ ਬਾਦਸ਼ਾਹੀ ਰੰਗ ਵਿੱਚ ਰੰਗਿਆ ਹੋਇਆ, ਕਿਉਂਕਿ ਜਦੋਂ ਬਾਦਸ਼ਾਹੀ ਰੰਗ ਧਨ ਦੇ ਰੰਗ ਵਿੱਚ ਕੋਈ ਰੰਗਿਆ ਹੁੰਦਾ ਹੈ ਉਦੋਂ ਉਹਦੇ ਮਨ ਵਿੱਚ ਬੜੇ ਤਰ੍ਹਾਂ ਦੇ ਖਿਆਲ ਆਉਂਦੇ ਨੇ। ਕਾਮ ਵਾਸ਼ਨਾ ਆਉਂਦੀ ਹੈ, ਲੋਭ ਦੀ ਵਾਸ਼ਨਾ ਆਉਂਦੀ ਹੈ, ਹੰਕਾਰ ਦੀ ਵਾਸ਼ਨਾ ਆਉਂਦੀ ਹੈ। ਇਸੇ ਤਰ੍ਹਾਂ ਦੀਆਂ ਕੁਝ ਵਾਸ਼ਨਾ ਬਹਾਦਰ ਸ਼ਾਹ ਦੇ ਮਨ ਵਿੱਚ ਵੀ ਆਉਂਦੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੀਆਂ ਵਾਸ਼ਨਾ ਦੀ ਨਿਵਰਤੀ ਕਰਨ ਵਾਸਤੇ ਉਹਦੇ ਤਰੀਕੇ ਦੇ ਨਾਲ ਬਹਾਦਰ ਸ਼ਾਹ ਨੂੰ ਸਮਝਾਉਂਦੇ ਆ ਕਿ ਕਿਉਂਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਦਾ ਉਪਦੇਸ਼ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਸੀ ਨਾ ਕਿ ਭਾਈ ਜਿਹੜਾ ਸ਼ੁਭ ਅਮਲਾਂ ਤੋਂ ਬਾਅਦ ਦੋਨੋਂ ਰੋਈ ਦਾ ਭਾਵ ਨਾ ਕੋਈ ਹਿੰਦੂ ਵੱਡਾ ਨਾ ਕੋਈ ਮੁਸਲਮਾਨ, ਕਿਉਂਕਿ ਇਹ ਪੁੱਛਿਆ ਗਿਆ ਸੀ ਫੋਲਣ ਜਿਹੜੀ ਉਹਨਾਂ ਨੂੰ ਪੁੱਛਿਆ ਸੀ, ਪੁੱਛਣ ਫੋਲ ਕਿਤਾਬ ਕਰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਅਤੇ ਮਹਾਰਾਜ ਨੇ ਕਿਹਾ ਸੀ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜਿਹਦੇ ਕੋਲ ਸ਼ੁਭ ਅਮਲ ਨਹੀਂ, ਸ਼ੁਭ ਕਰਮ ਨਹੀਂ ਹੈ, ਉਹ ਸਾਰੇ ਰੋਂਦੇ ਨੇ। ਬਾਬਾ ਫਰੀਦ ਸਾਹਿਬ ਜੀ ਨੇ ਇਹੀ ਕਿਹਾ ਹੈ ਕਿ ਭਾਈ ਇਸ ਸੰਸਾਰ ਵਿੱਚ ਆਣ ਕੇ ਚੰਗੇ ਕਰਮਾਂ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਹੋਣਾ ਜੀ। ਭਾਵੇਂ ਅਸੀਂ ਧਰਮੀ ਅਖਵਾਉਣੇ ਹਾਂ, ਭਾਵੇਂ ਸਾਡੇ ਕੋਲ ਧਰਮ ਦਾ ਮੁਖੌਟਾ ਹੈ, ਪਰ ਜੇ ਸਾਡੇ ਕੋਲ ਕਰਮ ਚੰਗੇ ਨਹੀਂ ਤਾਂ ਫਿਰ ਮਹਾਰਾਜ ਦੀ ਬਾਣੀ ਨੇ ਵੀ ਕਿਹਾ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰ ਜੇ ਛੂਟੇ। ਆਓ ਕਲਗੀਧਰ ਪਾਤਸ਼ਾਹ ਜੀ ਬਚਨ ਬਿਲਾਸ ਕਰ ਰਹੇ ਨੇ। ਆਪਾਂ ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਨੂੰ ਸਰਵਣ ਕਰੀਏ। ਇਤਿਹਾਸ ਦੀ ਰਮਤਾ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਾਮ ਜਵਾਹਰ ਸਿੰਘ ਜਿਸ ਜੜੀਆ ਸਿੱਖ ਸੁਨਿਆਰ। ਸਾਧ ਸੰਗਤ ਜੀ, ਸਤਿਗੁਰੂ ਦੀ ਸ਼ਰਨ ਵਿੱਚ ਇੱਕ ਜਵਾਹਰ ਸਿੰਘ ਨਾਮ ਦਾ ਸਿੱਖ ਜਿਹੜਾ ਉਹ ਆਉਂਦਾ ਹੈ। ਉਹਦੀ ਗੋਦ ਜਿਹੜੀ ਹੈ ਨਾ ਜੀ ਜੜੀਆ ਗੋਦ ਦਾ ਸੁਨਿਆਰਾ ਸਿੱਖ ਸੀ। ਹਜੂਰ ਦੇ ਪਾਵਨ ਚਰਨਾਂ ਵਿੱਚ ਆਉਂਦਾ ਹੈ, ਕਿਉਂਕਿ ਜਦੋਂ ਵੀ ਕੋਈ ਸਿੱਖ ਭਾਵਨਾ ਦੇ ਨਾਲ ਆਉਂਦਾ ਹੈ ਉਹਦੇ ਅੰਦਰ ਦੇ ਬੜੇ ਬਲਬਲੇ ਹੁੰਦੇ ਹਨ। ਅਸੀਂ ਵੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਣੇ, ਸਾਡੇ ਅੰਦਰ ਦੇ ਬੜੇ ਬਲਬਲੇ ਨੇ। ਅਸੀਂ ਆਪਣੀਆਂ ਅਰਦਾਸਾਂ ਕਰਦੇ ਹਾਂ, ਆਪਣੇ ਵੱਲੋਂ ਅਸੀਂ ਗੁਰੂ ਸਾਹਿਬ ਦੇ ਸਨਮੁਖ ਦਰਸ਼ ਹੋ ਕੇ ਆਪਣੀ ਅੰਦਰ ਦੀ ਭਾਵਨਾ ਨੂੰ ਗੁਰੂ ਦੇ ਸਨਮੁਖ ਰੱਖਦੇ ਹਾਂ। ਭਾਈ ਜਵਾਹਰ ਸਿੰਘ ਜਿਹੜਾ ਹੈ ਉਹ ਜਿਹੜਾ ਸਿੱਖ ਸੀ ਸੁਨਿਆਰ, ਉਹਨੇ ਵੀ ਆਣ ਕਰਕੇ ਆਪਣੀਆਂ ਕੁਝ ਭਾਵਨਾ ਹਜੂਰ ਦੇ ਪਾਵਨ ਚਰਨਾਂ ਵਿੱਚ ਰੱਖੀਆਂ ਨੇ। ਸੁਤਾ ਤਰਨ ਤਿਸ ਕੀ ਹੁਤੇ ਸੁੰਦਰ ਬਹੁ ਸੁਕੁਮਾਰ। ਨਾਲ ਉਹਦੀ ਇੱਕ ਬੜੀ ਸੁੰਦਰ ਜਿਹੜੀ ਬੇਟੀ ਹੈ ਨਾ ਜੀ, ਜਵਾਨ ਪੁੱਤਰੀ ਸੀ ਉਹਦੀ, ਅਤੇ ਬਹੁਤ ਸੁੰਦਰ ਸੀ ਸਰੂਪ। ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨੂੰ ਬੜਾ ਸੁੰਦਰ ਮਿਲਿਆ। ਅਤੇ ਰਾਜਕੁਮਾਰੀ, ਜਿਵੇਂ ਰਾਜਕੁਮਾਰੀ ਉਹਨੇ ਇੱਦਾਂ ਸੀ, ਅਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਉਹ ਬੱਚੀ ਜਿਹੜੀ ਹੈ ਆਪਣੇ ਪਿਤਾ ਦੇ ਨਾਲ ਸਤਿਗੁਰੂ ਦੇ ਹਜੂਰ ਪਹੁੰਚਦੀ ਹੈ। ਸੋ ਦਰਸ਼ਨ ਹਿਤ ਚਲ ਕਰ ਆਈ ਸੂਖਮ ਬਸਤਰੇ ਉਪਾਇਨ ਲਿਆਈ। ਉਹਨੇ ਵੀ ਮਨ ਵਿੱਚ ਸ਼ਰਧਾ ਤੇ ਭਾਵਨਾ ਰੱਖੀ ਸੀ ਵੀ ਮੈਂ ਆਪਣੇ ਪਿਤਾ ਦੇ ਨਾਲ ਮੈਂ ਸਤਿਗੁਰੂ ਦੇ ਦਰਸ਼ਨ ਕਰਨੇ ਹੈ, ਕਿਉਂਕਿ ਗੁਰੂ ਜਿਹੜਾ ਉਹ ਸਾਰਿਆਂ ਦਾ ਹੀ ਪਿਤਾ ਸਰੂਪ ਹੈ। ਭਾਵੇਂ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਰਾਜਾ ਆਉਂਦਾ ਏ, ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਹਨ। ਮਹਾਰਾਜ ਜਦੋਂ ਵੀ ਕੋਈ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਅਤੇ ਅਸੀਂ ਇਹ ਆਸ ਲੈ ਕੇ ਆਉਣੇ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਉਹ ਬੱਚੀ ਜਿਹੜੀ ਆ ਨਾ ਇਸ ਤਰ੍ਹਾਂ ਦੀ ਭਾਵਨਾ ਲੈ ਕੇ ਆਈ ਕਿ ਮੈਂ ਵੀ ਚੱਲ ਕੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਾਂ। ਸਤਿਗੁਰਾਂ ਦੇ ਵਾਸਤੇ ਕੁਝ ਕੁ ਜਿਹੜੇ ਸੂਖਮ ਬਸਤਰ ਅਤੇ ਉਪਹਾਰ ਜਿਵੇਂ ਭੇਟਾਵਾਂ ਆਪਾਂ ਲੈ ਕੇ ਆਉਣੇ ਹਾਂ, ਇਸ ਤਰ੍ਹਾਂ ਦੇ ਨਾਲ ਉਸ ਬੱਚੀ ਨੇ ਆਪਣੇ ਪਿਤਾ ਦੇ ਨਾਲ ਗੁਰੂ ਸਾਹਿਬ ਜੀ ਦੇ ਵਾਸਤੇ ਕੁਝ ਭੇਟਾਵਾਂ ਲੈ ਕੇ ਆਉਣਾ ਕੀਤੀਆਂ ਨੇ। ਚਰਨ ਸਰੋਜਨ ਕੋ ਕਰ ਨਮੋ ਬੈਠੀ ਅਵਲੋਕ ਤੇ ਸਮਾ। ਹਾਂਜੀ, ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਤੇ ਉਸ ਬੱਚੀ ਨੇ ਨਮਸਕਾਰ ਕੀਤੀ ਹੈ।
ਜਦੋਂ ਸਤਿਗੁਰੂ ਦੇ ਸਨਮੁਖ ਬੈਠ ਗਈ ਨਾ, ਦਰਸ਼ਨ ਦੀਦਾਰ ਕਰ ਰਹੀ ਮਹਾਰਾਜ ਦੇ ਸਨਮੁਖ ਬੈਠ ਗਈ ਕਿ ਮਹਾਰਾਜ ਦੇ ਦਰਸ਼ਨ ਦੀਦਾਰ ਕਰਾਂ। ਮਨ ਦੀ ਪਿਆਸ ਸੀ ਕਿ ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਬੀਤ। ਮਨ ਦੀ ਇੱਛਾ ਸੀ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਦਰਸ਼ਨ ਦੀਦਾਰ ਤੁਹਾਡੇ ਹੁੰਦੇ ਰਹਿਣ। ਇੱਦਾਂ ਜਦੋਂ ਸਤਿਗੁਰੂ ਦੇ ਸਨਮੁਖ ਦਰਸ਼ਨ ਦੀਦਾਰ ਕਰਨ ਵਾਸਤੇ ਹਜੂਰ ਨੂੰ ਨਮਸਕਾਰ ਕਰਕੇ ਬੈਠ ਗਈ ਹੈ। ਕੇਤਕ ਸਿੰਘ ਸਮੀਪ ਥਿਰੇ ਹੈ, ਬਾਗ ਬਿਖੈ ਤਰ ਚਾਰ ਤਰੇ ਹੈ। ਇੱਥੇ ਨਾ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੈਠੇ ਨੇ, ਇਹ ਬਹਾਦਰ ਸ਼ਾਹ ਦਾ ਬਾਗ ਸੀ। ਇੱਥੇ ਇਸ ਬਾਗ ਵਿੱਚ ਮਹਾਰਾਜ ਬੈਠੇ ਤੇ ਮਹਾਰਾਜ ਦੇ ਕੋਲ ਸਿੰਘ ਖਲੋਤੇ ਹਨ, ਪਹਿਰੇਦਾਰ ਸਿੰਘ ਖਲੋਤੇ ਹਨ ਤੇ ਬਾਗ ਵਿਖੇ ਤਰ ਚਾਰ ਤਰੇ ਹੈ। ਹੁਣ ਸੁੰਦਰ ਦਰਖਤ ਦੇ ਥੱਲੇ ਸਾਰੇ ਬਰਾਜੇ ਸਨ, ਵੀ ਇੱਕ ਤਾਂ ਦਰਖਤ ਬਾਗ ਸੁੰਦਰ, ਇੱਕ ਬਾਗ ਤੇ ਇੱਕ ਤਰ ਜਿਹੜੇ ਸਨ, ਜਿਹੜੇ ਦਰਖਤ ਸਨ ਉਹ ਬੜੇ ਸ੍ਰੇਸ਼ਟ, ਹਰਿਆ ਭਰਿਆ ਬਾਗ। ਹਰੇ ਭਰੇ ਬਾਗ ਦੇ ਵਿੱਚ ਸਤਿਗੁਰੂ ਸਿੰਘਾਂ ਦੇ ਨਾਲ, ਆਪਣੇ ਜਥੇ ਦੇ ਨਾਲ, ਤੇ ਬਹਾਦਰ ਸ਼ਾਹ ਵੀ ਉੱਥੇ ਬੈਠਾ ਮਹਾਰਾਜ ਦਰਸ਼ਨ ਦੀਦਾਰ ਕਰਨ ਵਾਸਤੇ ਆਇਆ। ਉੱਥੇ ਮਹਾਰਾਜ ਬਾਗ ਵਿੱਚ ਇਸ ਤਰ੍ਹਾਂ ਦੇ ਨਾਲ ਸੱਜ ਕੇ ਬੈਠੇ ਹੋਏ ਹਨ। ਦੀਵਾਨ, ਜਿਵੇਂ ਕਹਿ ਦਈਏ ਵੀ ਦੀਵਾਨ ਲੱਗਿਆ ਹੈ। ਸ਼ਾਹ ਬਹਾਦਰ ਸਹਿਜ ਸੁਭਾਏ, ਫਿਰਤ ਸੈਲ ਹਿਤ ਹੇਰਤ ਆਏ। ਜਿੱਥੇ ਮਹਾਰਾਜ ਸਾਹਿਬ ਜੀ ਬੈਠੇ ਨੇ ਨਾ ਜੀ, ਉੱਥੇ ਸੰਗਤ ਦੇ ਨਾਲ, ਆਪਣੇ ਸਿੰਘਾਂ ਦੇ ਨਾਲ ਵਿਚਾਰ ਕਰਦੇ ਪਏ ਨੇ। ਉੱਥੇ ਚਲਦਿਆਂ ਚਲਦਿਆਂ ਹੁਣ ਬਹਾਦਰ ਸ਼ਾਹ ਵੀ ਆ ਗਿਆ ਜੀ। ਬਹਾਦਰ ਸ਼ਾਹ ਨੇ ਸਹਿਜ ਸੁਭਾਏ ਆਣ ਕੇ ਉੱਥੇ ਮਹਾਰਾਜ ਦੇ ਦਰਸ਼ਨ ਦੀਦਾਰ ਕਰ ਲਏ, ਵੀ ਬਾਗ ਵਿੱਚ ਬੈਠੇ ਨੇ, ਮੈਂ ਵੀ ਮਹਾਰਾਜ ਦੇ ਦਰਸ਼ਨ ਦੀਦਾਰ ਕਰਾਂ। ਜਬ ਹੀ ਬਾਗ ਨਿਕਟ ਚਲ ਆਇਓ, ਇਹਾਂ ਗੁਰੂ ਥਿਰ ਹੈ ਸੁਧ ਪਾਇਓ। ਇਹ ਖਬਰ ਮਿਲ ਗਈ ਬਹਾਦਰ ਸ਼ਾਹ ਨੂੰ ਵੀ ਮਹਾਰਾਜ ਇੱਥੇ ਬੈਠੇ। ਜਦੋਂ ਬਾਗ ਦੇ ਕੋਲ ਆਇਆ ਤੇ ਉਹਦੇ ਮਨ ਦੀ ਵੀ ਭਾਵਨਾ ਬਣੀ ਵੀ ਚਲੋ ਮਹਾਰਾਜ ਦੇ ਕੋਲ ਜਾ ਕੇ ਕੁਝ ਚਿਰ ਬੈਠਦੇ ਹਾਂ। ਦਰਸ਼ਨ ਕਰਨ ਮਨੋਰਥ ਧਾਰਾ, ਉਤਰ ਪ੍ਰਵੇਸ਼ਿਓ ਬਾਗ ਮਜਾਰਾ। ਬਹਾਦਰ ਸ਼ਾਹ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਬਾਗ ਦੇ ਵਿੱਚ ਉਤਰਦਾ ਹੈ। ਮਨ ਵਿੱਚ ਮਨੋਰਥ ਕਰ ਲਿਆ ਵੀ ਮੈਂ ਵੀ ਦਰਸ਼ਨ ਦੀਦਾਰ ਕਰ ਲਵਾਂ, ਕਿਉਂਕਿ ਹਰ ਇੱਕ ਦੇ ਮਨ ਦੀ ਇੱਛਾ ਹੁੰਦੀ ਹੈ, ਹਰ ਇੱਕ ਦੇ ਮਨ ਦੀ ਭਾਵਨਾ ਹੁੰਦੀ ਹੈ। ਜਦੋਂ ਮਨ ਦੀ ਭਾਵਨਾ ਬਣ ਜਾਂਦੀ ਤੇ ਉਦੋਂ ਸਤਿਗੁਰੂ ਫਿਰ ਰਹਿਮਤਾਂ ਕਰਦੇ ਆ। ਉਹਦੇ ਮਨ ਦੀ ਭਾਵਨਾ ਤੇ ਦਰਸ਼ਨ ਦੀਦਾਰ ਕਰਨ ਦੀ ਸੀ ਵੀ ਮੈਂ ਗੁਰੂ ਸਾਹਿਬ ਜੀ ਦੇ ਜਾ ਕੇ ਦਰਸ਼ਨ ਦੀਦਾਰ ਕਰ ਲਵਾਂ। ਫਰਸ਼ ਵਿਸਾਲ ਗੁਰੂ ਕਰਵਾਏ, ਇਕੱਠੇ ਸਿੰਘ ਭਏ ਸਮੁਦਾਏ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਆਸਣ ਲਾਉਣ ਵਾਸਤੇ ਸਿੰਘਾਂ ਨੇ ਫਰਸ਼ ਵਿਸ਼ਾਲ ਗੁਰੂ ਜੀ ਵਾਸਤੇ ਬਸਤਰ ਵਿਛਾ ਦਿੱਤੀ, ਕਿਉਂਕਿ ਮਹਾਰਾਜ ਦਾ ਆਸਣ ਲੱਗਦਾ ਏ। ਅੱਜ ਵੀ ਆਪਾਂ ਵੇਖੋ ਗੁਰੂ ਸਾਹਿਬ ਦਾ ਆਸਣ ਲਾਉਣੇ ਆ ਤੇ ਕਿੰਨੀ ਤਿਆਰੀ ਕਰਦੇ ਹਾਂ। ਇਸੇ ਤਰ੍ਹਾਂ ਜਦੋਂ ਸਰਗੁਣ ਸਰੂਪ ਵਿੱਚ ਮਹਾਰਾਜ ਨੇ, ਉਦੋਂ ਵੀ ਇਸੇ ਤਰ੍ਹਾਂ ਮਹਾਰਾਜ ਦਾ ਆਸਣ ਲੱਗਦਾ, ਤਖਤ ਲੱਗਦਾ ਸਤਿਗੁਰੂ ਦਾ। ਜਿੱਦਾਂ ਦੀ ਜਿਸ ਸਮੇਂ ਦੇ ਵਿੱਚ ਹੈਨ ਉੱਦਾਂ ਦੀ ਵਿਛਾਈ ਕੀਤੀ ਜਾਂਦੀ। ਸਿੰਘਾਂ ਨੇ ਬੜੇ ਸੁੰਦਰ ਵਿਛਾਉਣੇ ਵਿਛਾ ਕੇ ਮਹਾਰਾਜ ਸਾਹਿਬ ਜੀ ਦਾ ਜਿਹੜਾ ਸੀ ਨਾ ਆਸਣ ਲਾ ਦਿੱਤਾ ਵੀ ਮਹਾਰਾਜ ਇੱਥੇ ਬੈਠ ਕੇ ਦਰਸ਼ਨ ਦੀਦਾਰ ਦੇਣਗੇ। ਇਕੱਠੇ ਸਿੰਘ ਭਏ ਸਮੁਦਾਏ, ਸਾਰੇ ਸਿੰਘਾਂ ਨੇ ਬੜੀ ਜਲਦੀ ਨਾਲ ਇਕੱਠੇ ਹੋ ਕਰਕੇ ਸਾਰੀ ਸੇਵਾ ਸੰਭਾਲ ਕਰ ਲਈ ਹੈ। ਤਤ ਸ਼ਿਨਿਆਨ ਬੰਦਨਾ ਕੀਨਾ, ਪ੍ਰਭੂ ਬਿਠਾਇਓ ਆਦਰ ਦੀਨ। ਇਸ ਤਰ੍ਹਾਂ ਜੀ ਉਸ ਨੇ ਤੁਰਤ ਆ ਕੇ ਨਾ ਬੰਦਨਾ ਕੀਤੀ, ਬੰਦਨਾ ਨਮਸਕਾਰ ਕੀਤੀ ਤੇ ਸਤਿਗੁਰੂ ਜੀ ਨੂੰ ਉਸ ਨੂੰ ਬਿਠਾ ਕੇ ਆਦਰ ਦਿੱਤਾ। ਉਹ ਵੀ ਆਇਆ ਤੇ ਮਹਾਰਾਜ ਸਾਹਿਬ ਜੀ ਦੇ ਜਿਹੜਾ ਸਦਰ ਸਾਹਮਣੇ ਬਹਿੰਦਾ ਏ, ਸਤਿਗੁਰੂ ਆਦਰ ਦਿੰਦੇ ਹਨ, ਸਤਿਕਾਰ ਦਿੰਦੇ, ਕਿਉਂਕਿ ਮਹਾਰਾਜ ਦਾ ਧਰਮ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਹਜੂਰ ਦਾ ਇਹ ਪਾਵਨ ਧਰਮ ਹੈ ਵੀ ਜਦੋਂ ਕੋਈ ਸ਼ਰਨ ਵਿੱਚ ਆਉਂਦਾ ਹੈ ਭਾਵਨਾ ਦੇ ਨਾਲ ਮਹਾਰਾਜ ਆਦਰ ਸਤਿਕਾਰ ਦਿੰਦੇ ਹਨ। ਇਸੇ ਤਰ੍ਹਾਂ ਸਤਿਗੁਰੂ ਜਦੋਂ ਆਪਣੇ ਤਖਤ 'ਤੇ ਬਿਰਾਜਮਾਨ ਹੁੰਦੇ ਹਨ ਉਦੋਂ ਸਭਨਾਂ ਨੂੰ ਆਦਰ ਦਿੰਦੇ ਹਨ। ਬਾਗ ਵਿੱਚ ਮਹਾਰਾਜ ਭਾਵੇਂ ਬਿਰਾਜਮਾਨ ਨੇ, ਉੱਥੇ ਸਭਨਾਂ ਨੂੰ ਆਦਰ ਦੇ ਕਰਕੇ ਬਿਠਾ ਰਹੇ ਹਨ। ਜਥਾ ਜੋਗ ਸਭ ਲੋਕ ਖਰੇ ਹੈ, ਗੁਰੂ ਸ਼ਾਹੋ ਕੋ ਪਿਖਨ ਕਰੇ ਹੈ। ਹਾਂਜੀ, ਉੱਥੇ ਜਥਾ ਜੋਗ ਹੋਰ ਬੜੇ ਲੋਕ ਜਿਹੜੇ ਆਸ-ਪਾਸ ਦੇ ਸੀ ਉਹ ਇਕੱਠੇ ਹੋ ਕੇ ਆਏ। ਉਹਨਾਂ ਨੇ ਮਹਾਰਾਜ ਦੇ ਦਰਸ਼ਨ ਕਰਨੇ। ਇੱਕ ਬਾਦਸ਼ਾਹ, ਉਹ ਵੀ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ, ਉਹਨੂੰ ਵੇਖਣ ਵਾਸਤੇ ਵੀ ਲੋਕ ਆਉਂਦੇ, ਪਰ ਖਿੱਚ ਜਿਹੜੀ ਉਹ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਹੈ ਵੀ ਮਹਾਰਾਜ ਦੇ ਦਰਸ਼ਨ ਦੀਦਾਰ ਕਰ ਲਈ। ਕਿਉਂਕਿ ਹੁਣ ਭਾਵੇਂ ਇੱਕ ਪਾਸੇ ਬਹਾਦਰ ਸ਼ਾਹ ਬੈਠਾ ਹੈ, ਇੱਕ ਪਾਸੇ ਗੁਰੂ ਬੈਠਾ ਹੈ, ਇੱਕ ਪਾਸੇ ਬਾਦਸ਼ਾਹ ਹੈ, ਇੱਕ ਪਾਸੇ ਸੱਚਾ ਪਾਤਸ਼ਾਹ ਹੈ। ਫਰਕ ਇਹ ਆ ਵੀ ਬਾਦਸ਼ਾਹ ਦੁਨੀਆ ਦੀਆਂ ਵਸਤੂਆਂ ਦੇ ਸਕਦਾ ਹੈ, ਦੁਨੀਆ ਦੇ ਪਦਾਰਥ ਦੇ ਸਕਦਾ ਹੈ। ਜਿਹੜਾ ਸੱਚਾ ਪਾਤਸ਼ਾਹ ਉਹ ਦੁਨੀਆ ਦੇ ਪਦਾਰਥ ਦਿੰਦਾ ਹੈ ਤੇ ਲੋਕ ਤੇ ਪਰਲੋਕ ਵੀ ਸਵਾਰ ਦਿੰਦਾ ਹੈ। ਇਸ ਕਰਕੇ ਫਰਕ ਇਹ ਹੈ ਵੀ ਇੱਕ ਪਾਸੇ ਬਾਦਸ਼ਾਹ ਹੈ,
ਇੱਕ ਪਾਸੇ ਸੱਚਾ ਪਾਤਸ਼ਾਹ ਬੈਠਾ ਹੈ। ਲੋਕ ਬਾਦਸ਼ਾਹ ਨੂੰ ਵੀ ਵੇਖਦੇ ਹਨ ਤੇ ਸੱਚੇ ਪਾਤਸ਼ਾਹ ਜੀ ਨੂੰ ਵੀ ਦੇਖਦੇ ਹਨ, ਪਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਉਹਨਾਂ ਨੂੰ ਲੋਕ ਤੇ ਪਰਲੋਕ ਦਾ ਸੁੱਖ ਮਿਲ ਜਾਂਦਾ ਹੈ। ਸਿੱਖ ਕੀ ਤਨ ਜਾ ਟਿਗ ਥਿਰ ਰਹੀ, ਉੱਠ ਕਰ ਇਹ ਤੋਤ ਕਿਤ ਨਹੀਂ ਗਈ। ਜਿਹੜੀ ਸਿੱਖ ਦੀ ਬੱਚੀ ਸੀ ਨਾ ਜੀ, ਜਿਹੜਾ ਜਵਾਹਰ ਸਿੰਘ ਸਿੱਖ ਆਇਆ, ਉਹਦੀ ਬੇਟੀ ਜਿਹੜੀ ਨਾਲ ਆਈ ਹੈ, ਉਹ ਮਹਾਰਾਜ ਦੀ ਸਨਮੁਖ ਬੈਠੀ ਦਰਸ਼ਨ ਦੀਦਾਰ ਕਰ ਰਹੀ ਹੈ ਤੇ ਉਹ ਟਿਕ ਕੇ ਬੈਠੀ ਰਹੀ, ਇੱਧਰ ਉੱਧਰ ਨਹੀਂ ਗਈ ਕਿਸੇ ਪਾਸੇ ਵੀ। ਉਹਨੇ ਸੰਗਤ ਵਿੱਚ ਟਿਕ ਕੇ ਬੈਠਣਾ ਕੀਤਾ, ਬੈਠ ਕਰਕੇ ਦਰਸ਼ਨ ਦੀਦਾਰ ਕਰ ਰਹੀ ਹੈ, ਉਹਨੇ ਕਿਸੇ ਪਾਸੇ ਕੋਈ ਹਲਚਲ ਨਾ ਕੀਤੀ। ਜਦੋਂ ਇਸ ਤਰ੍ਹਾਂ ਦੇ ਨਾਲ ਬੜੇ ਟਿਕਾਓ ਵਿੱਚ ਉਹ ਬੱਚੀ ਬੈਠੀ ਰਹੀ ਹੈ। ਸ਼ਾਹੋ ਬਹਾਦਰ ਜਬ ਬਲੋਕੀ ਸੁੰਦਰ ਰੂਪ ਭਾਏ ਵਿਸ਼ਿਓ ਕੀ। ਹੁਣ ਜਿਹੜਾ ਬਹਾਦਰ ਸ਼ਾਹ ਸੀ ਨਾ ਜੀ, ਜਦੋਂ ਉਸ ਲੜਕੀ ਵੱਲ ਦੇਖਿਆ ਉਹਨੇ, ਬੜੀ ਸੁੰਦਰ ਸੁਸ਼ੀਲ ਜਵਾਨ, ਉਸ ਲੜਕੀ ਦੇ ਵੱਲ ਜਦੋਂ ਦੇਖਣਾ ਕੀਤਾ ਤੇ ਸੁੰਦਰ ਰੂਪ ਚਾਹੇ ਵਿਸ਼ਿਓ ਕੀ। ਹੁਣ ਜਿਹੜਾ ਬਹਾਦਰ ਸ਼ਾਹ ਸੀ ਨਾ, ਉਸ ਬੱਚੀ ਦਾ ਸੋਹਣਾ ਸਰੂਪ ਵੇਖ ਕਰਕੇ ਨਾ ਤੇ ਤੁਰਤ ਮੋਹਿਤ ਹੋ ਗਿਆ ਵੀ ਵਿਸ਼ੇ ਵਿਕਾਰ ਅੰਦਰ ਚੱਲਣ ਲੱਗ ਪਏ। ਮਹਾਰਾਜ ਦੀ ਬਾਣੀ ਕਹਿ ਰਹੀ ਨਾ, ਪਰ ਤੇਰਾ ਰੂਪ ਨਾ ਪੇਖੈ ਨੇਤਰ, ਸੰਤ ਕੀ ਟਹਿਲ ਸਦਾ ਸੰਗ ਸੋਚ। ਮਹਾਰਾਜ ਇਸ ਤਰ੍ਹਾਂ ਕਹਿੰਦੇ ਵੀ ਪਰਾਏ ਰੂਪ ਨੂੰ ਨਹੀਂ ਵੇਖਣਾ, ਪਰ ਇੱਥੇ ਬਹਾਦਰ ਸ਼ਾਹ ਜਿਹੜਾ ਸੀ ਉਹ ਕੀ ਕਰਦਾ ਵੀ ਉਸ ਬੱਚੀ ਜਵਾਨ ਨੂੰ ਦੇਖ ਕਰਕੇ ਅੰਦਰੇ ਅੰਦਰ ਜਿਹੜਾ ਸੀ ਵਿਸ਼ੇ ਵਿਕਾਰਾਂ ਦੀ ਲਹਿਰ ਦੌੜ ਪਈ। ਉਸ ਬੱਚੀ ਨੂੰ ਵੇਖ ਕਰਕੇ ਜਦੋਂ ਮੋਹਿਤ ਹੋਇਆ ਹੈ। ਭਇਓ ਲੁਭਾਏ ਮਾਨ ਤਤਕਾਲਾ, ਦੇਖ ਚਕੋਰ ਚੰਦ ਕੀ ਢਾਲਾ। ਵਾਰ-ਵਾਰ ਨਾ ਬੁਰੀ ਨਜ਼ਰ ਦੇ ਨਾਲ ਦੇਖਣ ਲੱਗਿਆ ਉਸ ਬੱਚੀ ਵੱਲ। ਉਹ ਇੱਕ ਟਿਕ ਲਾ ਕੇ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ, ਸਤਿਗੁਰੂ ਦੇ ਸਨਮੁਖ ਬੈਠੀ ਹੈ। ਬਹਾਦਰ ਸ਼ਾਹ ਦੀ ਜਿਹੜੀ ਨਿਗਾਹ ਹੈ, ਉਸ ਨਿਗਾਹ ਦੇ ਵਿੱਚ ਹੁਣ ਜਿਹੜੀ ਸੀ ਬੁਰੀ ਨਿਗਾਹ, ਵਾਰ-ਵਾਰ ਵੇਖਣ ਵਿੱਚ ਉਹਦੀ ਰੁਚੀ ਵੱਧਦੀ ਗਈ ਵੀ ਵਾਰ-ਵਾਰ ਉਸ ਬੱਚੀ ਵੱਲ ਦੇਖਦਾ ਹੈ, ਜਿਵੇਂ ਚੰਦ ਜੇ ਵੱਲ ਚਕੋਰ ਟਿਕ ਲਾ ਕੇ ਵੇਖਦਾ ਨਾ। ਬਹਾਦਰ ਸ਼ਾਹ ਵਾਰ-ਵਾਰ ਉਸ ਬੱਚੀ ਵੱਲ ਦੇਖੀ ਜਾਵੇ, ਦੇਖੀ ਜਾਵੇ। ਹੁਣ ਮਹਾਰਾਜ ਸਨਮੁਖ ਬੈਠੇ ਨੇ, ਸਤਿਗੁਰੂ ਤੇ ਜਾਣਦੇ ਨੇ ਵੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਤੇ ਜਾਣਦੇ ਨੇ, ਸਾਡੇ ਸਾਰਿਆਂ ਵਾਸਤੇ ਜਾਣਦੇ ਅਸੀਂ ਕਿੱਦਾਂ ਦੇ ਹਾਂ, ਕਿੱਦਾਂ ਅਸੀਂ ਦੇਖਦੇ ਹਾਂ, ਸਾਡੇ ਅੰਦਰ ਦੀ ਕੀ ਵਾਸ਼ਨਾ ਹੈ, ਸਾਡੇ ਅੰਦਰ ਕੀ ਫੁਰਨਾ ਫੁਰਦਾ ਪਿਆ। ਇਹ ਤਾਂ ਸਾਰਾ ਕੁਝ ਮਹਾਰਾਜ ਸਾਡੇ ਵਾਸਤੇ ਜਾਣਦੇ। ਹਾਂ, ਅਸੀਂ ਮਹਾਰਾਜ ਦਾ ਡਰ ਮੰਨੀਏ ਨਾ ਮੰਨੀਓ ਵੱਖਰੀ ਗੱਲ ਹੈ, ਪਰ ਗੁਰੂ ਸਾਡੇ ਵਾਸਤੇ ਸਾਰਿਆਂ ਵਾਸਤੇ ਜਾਣਦਾ। ਬਹਾਦਰ ਸ਼ਾਹ ਦੀ ਉਸ ਗੱਲ ਨੂੰ ਮਹਾਰਾਜ ਭਾਪ ਗਏ। ਬਹਾਦਰ ਸ਼ਾਹ ਇੱਕ ਟਿਕ ਲਾ ਕੇ ਉਸ ਬੱਚੀ ਵੱਲ ਵੇਖਦਾ ਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਹਦੇ ਵੱਲ ਜਦੋਂ ਦੇਖਦੇ ਹਨ, ਗੁਰ ਤੇ ਸ਼ੰਕਰ ਹੋ ਬਹੁ ਤੇਰਾ, ਭਇਓ ਬੇਬਸ ਮਨ ਫਿਰਿਓ ਨਾ ਫੇਰਾ। ਹੁਣ ਬਹਾਦਰ ਸ਼ਾਹ ਜਿਹੜਾ ਸੀ ਗੁਰੂ ਤੋਂ ਸ਼ੰਕਾ ਵੀ ਕਰਦਾ ਸੀ, ਮਹਾਰਾਜ ਤੋਂ ਝਿਜਕਦਾ ਵੀ ਸੀ ਵੀ ਮਹਾਰਾਜ ਮੇਰੇ ਵੱਲ ਵੇਖਣਗੇ ਤੇ ਕੀ ਕਹਿਣਗੇ, ਪਰ ਮਨ ਵਸ ਵਿੱਚ ਨਹੀਂ ਆਉਂਦਾ ਸੀ, ਕਿਉਂਕਿ ਮਨ ਬੜਾ ਹੀ ਅਵੈੜਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇਹਨੂੰ ਇਹ ਕਹਿ ਦਿੱਤਾ, ਕਹਿੰਦੇ ਮਨ ਖੁੱਟ ਹਰ ਤੇਰਾ ਨਹੀਂ ਵਿਸਾਸਾ, ਤੂੰ ਮਹਾ ਉਦਮਾਦਾ, ਖਰ ਕਾ ਪੈਖਰ ਤੋਂ ਛੁਟੈ ਜੋ ਉੱਪਰ ਲਾਦਾ। ਕਦੇ ਮਹਾਰਾਜ ਇਸ ਮਨ ਨੂੰ ਕਹਿੰਦੇ ਕਿ ਇਹ ਮਨ ਜਿਹੜਾ ਹਾਥੀ ਦੀ ਨਿਆਈ ਹੈ, ਮਨ ਤੋਂ ਮੈਗਲ ਹੋਏ ਰਹਾ, ਨਿਕਸਿਓ ਕਿਉਂ ਕਰ ਜਾਏ। ਇਹ ਮਨ ਮੈਗਲ ਹਾਥੀ ਵਰਗ ਮਸਤ ਹੋ ਜਾਂਦਾ ਹੈ। ਕਦੇ ਮਹਾਰਾਜ ਕਹਿੰਦੇ ਕਬਹੂ ਜੀਅੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਮਨ ਦੀਆਂ ਬੜੀਆਂ ਅਵਸਥਾ, ਮਨ ਨੂੰ ਬਹੁਤ ਮਹਾਰਾਜ ਨੇ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਮਨ ਇਦਾਂ ਦਾ ਭਾਈ। ਹੁਣ ਜਿਹੜਾ ਮਨ ਸੀ ਨਾ ਬਹਾਦਰ ਸ਼ਾਹ ਦਾ, ਉਹ ਬੇਵਸ ਹੋ ਗਿਆ, ਵਸ ਵਿੱਚ ਨਹੀਂ ਸੀ। ਵਾਰ-ਵਾਰ ਝਿਜਕਦਾ ਵੀ ਸੀ, ਪਰ ਵਾਰ-ਵਾਰ ਅੱਖ ਬਚਾ ਕੇ ਮਹਾਰਾਜ ਤੋਂ ਨਾ ਵੇਖਣਾ ਵੀ ਚਾਹੁੰਦਾ ਸੀ ਤੇ ਝਿਜਕਦਾ ਡਰਦਾ ਵੀ ਸੀ ਵੀ ਮਹਾਰਾਜ ਦੇ ਕੋਲ ਬੈਠੇ ਨੇ। ਪਰ ਜਦੋਂ ਵਾਰ-ਵਾਰ ਵੇਖੀ ਗਿਆ, ਝਿਜਕਦਾ ਵੀ ਤੇ ਵਾਰ-ਵਾਰ ਉਸ ਬੱਚੀ ਦੇ ਵੱਲ ਵੇਖੀ ਗਿਆ ਹੈ। ਗੁਰ ਲਾਲ ਚਲ ਗਿਓ ਵਿਖਨ ਕੇ ਕਾਰਨ, ਕਰੈ ਬਾਤ ਵੋ ਭਾਂਤੇ ਉਚਾਰਨ। ਹਾਂ, ਵੇਖਣ ਦੇ ਕਾਰਨ ਲਾਲਚ ਲੱਗ ਗਿਆ, ਲਾਲਚ ਵਿੱਚ ਨਾ ਲੱਗਾ ਰਿਹਾ ਤੇ ਬਹੁਤ ਭਾਂਤ ਗੱਲਾਂ ਉਚਾਰਨ ਵਾਲੇ ਮਹਾਰਾਜ ਨਾਲ ਗੱਲਾਂ ਕਰਦਾ ਹੈ, ਗੱਲਾਂ ਬਾਤਾਂ ਕਰਦਾ ਵੀ ਮਹਾਰਾਜ ਨੂੰ ਇੱਦਾਂ ਲੱਗਦਾ ਸੀ ਉਹਨੂੰ ਵੀ ਚੱਲ ਮੈਂ ਅੱਖ ਬਚਾ ਕੇ ਵੇਖ ਲੈਣਾ ਤੇ ਮਹਾਰਾਜ ਨਾਲ ਗੱਲਾਂ ਕਰਦਾ, ਕਿਹੜਾ ਪਤਾ ਲੱਗਣਾ। ਪਰ ਨਹੀਂ, ਉਹ ਜਿਹਦੇ ਸਨਮੁਖ ਬੈਠਾ ਨਾ, ਬਹਾਦਰ ਸ਼ਾਹ ਦੇ ਮਨ ਦੀ ਜਿਹੜੀ ਭਾਵਨਾ ਸੀ, ਜਿਸ ਸਤਿਗੁਰੂ ਦੇ ਸਨਮੁਖ ਬੈਠਾ ਉਹ ਤੇ ਤਰਲੋਕੀ ਦਾ ਮਾਲਕ ਹੈ। ਉਹਦੇ ਮਨ ਵਿੱਚ ਸ਼ੰਕਾ ਸੀ, ਸ਼ਾਇਦ ਗੱਲਾਂ ਕਰਨ ਨਾਲ ਮਹਾਰਾਜ ਮੇਰੇ ਨਾਲ ਗੱਲਾਂ 'ਚ ਪਰ ਜਾਣਗੇ, ਸ਼ਾਇਦ ਪਤਾ ਨਹੀਂ ਲੱਗਣਾ। ਨਹੀਂ ਗੁਰਮੁਖੋ, ਮਹਾਰਾਜ ਜਾਣੀ ਜਾਣੇ ਅੰਤਰਜਾਮੀ ਹੈ।
ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਨਾਲ ਗੱਲਾਂ ਬਾਤਾਂ ਵੀ ਕਰਦਾ ਏ ਤੇ ਵੇਖਣ ਦੇ ਲਾਲਚ ਵਿੱਚ ਲੱਗ ਗਿਆ ਤੇ ਨਾਲੇ ਗੱਲਾਂ ਕਰਨ ਲੱਗ ਪਿਆ ਵੀ ਹੋਰ ਸਮਾਂ ਗੱਲਾਂ ਬਾਤਾਂ ਕਰਾਂ ਤੇ ਨਾਲ ਉਸ ਬੱਚੀ ਦੇ ਵੱਲ ਵੇਖੀ ਜਾਵਾਂ। ਬੂਝਣ ਲੱਗਿਓ ਹਮਾਰੇ ਮਤ ਮੈਂ ਕਲਮਾ ਪਟ ਜੋ ਕਰ ਹਿਤ ਚਿਤ ਮੈਂ। ਉਹ ਕੁਦਰਤੀ ਤੌਰ ਤੇ ਜੀ ਉਹਨੇ ਗੱਲ ਸ਼ੁਰੂ ਕਰ ਲਈ ਆਪਣੀ। ਕਹਿੰਦਾ ਜੀ ਮਹਾਰਾਜ ਸਾਡੇ ਨਾ ਮਤ ਵਿੱਚ ਜਿਹੜਾ ਕਲਮਾ ਪੜ੍ਹਦਾ ਨਾ ਹਿਤ ਚਿਤ ਮੈਂ, ਜਿਹੜਾ ਚਿੱਤ ਕਰਕੇ ਮਨ ਦੀ ਇਕਾਗਰਤਾ ਕਰਕੇ ਜਿਹੜਾ ਬੰਦਾ ਕਲਮਾ ਪੜ੍ਹਦਾ ਹੈ, ਸਾਡੇ ਮਤ ਅਨੁਸਾਰ ਜਿਹੜਾ ਕਲਮਾ ਪੜ੍ਹਦਾ ਹੈ, ਸੋ ਦੋਜਕ ਮੈਂ ਪਰਤ ਨ ਕੋਈ ਜਾਤ ਭਇਤ ਸੁਖ ਭੋਗੇ ਸੋਈ। ਹੁਣ ਵੇਖੋ ਕੁਦਰਤੀ ਮਹਾਰਾਜ ਜਿਉਂ ਬੁਲਾਵੈ ਹੈ ਤਿਉਂ ਬੋਲੇ ਸੁਆਮੀ। ਮਹਾਰਾਜ ਨੇ ਬੁਲਾ ਲਿਆ ਉਹਨੂੰ ਵੀ, ਉਹਨੂੰ ਜਵਾਬ ਵੀ ਦੇਣਾ ਸੀ ਪਰ ਸਹੀ ਟਿਕਾਣੇ ਅਨੁਸਾਰ ਜਵਾਬ ਦੇਣਾ ਸੀ ਉਹਨੂੰ। ਉਹ ਆਪ ਹੀ ਬੋਲ ਪਿਆ, ਕਹਿੰਦਾ ਜੀ ਸਾਡੇ ਮਤ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਕਲਮਾ ਪੜ੍ਹਦਾ ਨਾ ਹਿਤ ਚਿੱਤ ਕਰਕੇ ਤੇ ਉਹ ਦੋਜਕ ਵਿੱਚ ਨਹੀਂ ਪੈਂਦਾ, ਨਰਕਾਂ ਵਿੱਚ ਨਹੀਂ ਪੈਂਦਾ ਹੈ। ਫਿਰ ਕਹਿੰਦਾ ਜਾਤ ਭਿਸ਼ਟ ਸੁਖ ਭੋਗੈ ਸੋਈ। ਕਹਿੰਦਾ ਨਾਲ ਸਾਡੇ ਕਲਮਾ ਪੜ੍ਹਨ ਵਾਲੇ ਜਿਹੜੇ ਨਾ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕਲਮਾ ਪੜ੍ਹਦਾ ਉਹ ਭਿਸ਼ਟ ਸਵਰਗ ਵਿੱਚ ਜਾਂਦਾ ਹੈ, ਵਹਿਸ਼ਤ ਵਿੱਚ ਜਾਂਦਾ ਹੈ। ਮਹਾਰਾਜ ਨੇ ਸੁਣ ਲਿਆ ਵੀ ਚਲੋ ਇਹਨੇ ਚੰਗੀ ਗੱਲ ਹੋਈ, ਇਹਨੇ ਆਪਣੀ ਗੱਲ ਆਪ ਹੀ ਤੋਰ ਲਈ। ਹੁਣ ਜਿਹੜਾ ਇਹ ਕਰਮ ਕਰੀ ਜਾਂਦਾ ਹੈ ਇਸ ਕਰਮ ਅਨੁਸਾਰ ਇਹਨੂੰ ਜਵਾਬ ਦੇਣਾ ਬੜਾ ਜ਼ਰੂਰੀ ਹੈ, ਕਿਉਂਕਿ ਇੱਕ ਪਾਸੇ ਇਹ ਜਿਹੜੀ ਵਿਸ਼ਈ ਨਿਗਾਹ ਨਾਲ ਵੇਖਦਾ ਪਿਆ, ਦੂਜੇ ਪਾਸੇ ਨੇ ਕਲਮਾਂ ਦੀ ਗੱਲ ਸ਼ੁਰੂ ਕਰ ਲਈ। ਮਹਾਰਾਜ ਨੂੰ ਕਹਿੰਦਾ ਵੀ ਸਾਡਾ ਮਤ ਇਹ ਕਹਿੰਦਾ ਜਿਹੜਾ ਕਲਮਾ ਪੜ੍ਹਦਾ ਹੈ ਨਾ ਉਹ ਨਰਕਾਂ ਵਿੱਚ ਨਹੀਂ ਜਾਂਦਾ, ਵਹਿਸ਼ਤ ਵਿੱਚ ਉਹਨੂੰ ਥਾਂ ਮਿਲਦਾ ਹੈ। ਸੁਨ ਗਰ ਕਹਿਓ ਨ ਇਮ ਬਣ ਆਵੈ ਜਥਾ ਕਰਮ ਕਰ ਤਥਾ ਸੁ ਪਾਵੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਬਹਾਦਰ ਸ਼ਾਹ, ਇੱਦਾਂ ਨਹੀਂ ਗੱਲ ਬਣ ਆਉਂਦੀ ਜਿਵੇਂ ਤੂੰ ਕਹਿਣਾ ਨਾ ਵੀ ਕਲਮਾ ਪੜ੍ਹ ਕੇ ਬੰਦਾ ਵਹਿਸ਼ਤ ਪ੍ਰਾਪਤ ਕਰ ਲੈਂਦਾ। ਇਹਦੇ ਵਿੱਚ ਕਰਮ ਵੀ ਇੱਕ ਹੈ, ਕਿਉਂਕਿ ਜਿਹੜਾ ਅਸੀਂ ਕਿਰਿਆਮਾਨ ਕਰਮ ਕਰਦੇ ਪਏ ਨਾ ਇਹਨੇ ਸੰਚਿਤ ਹੋ ਜਾਣਾ, ਸੰਚਿਤ ਤੋਂ ਪ੍ਰਾਲਬਧ ਬਣਨਾ ਇਹਨੇ। ਮਹਾਰਾਜ ਕਹਿੰਦੇ ਜਾ ਬਹਾਦਰ ਸ਼ਾਹ, ਜਿਹੋ ਜਿਹਾ ਬੰਦਾ ਕਰਮ ਕਰਦਾ ਨਾ ਉਹੋ ਜਿਹਾ ਉਹਨੂੰ ਫਲ ਮਿਲਦਾ ਹੈ। ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਬਾਬਾ ਜੀ ਨੇ ਜਿਵੇਂ ਕਿਹਾ ਨਾ ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ ਹੰਡੈ ਉੱਨ ਕਤਾਇਨ ਦਾ ਪੈਦਾ ਲੋੜੈ ਪੱਟ। ਵੀ ਜੇ ਕਿੱਕਰਾਂ ਦੇ ਬੀਜ ਬੀਜਾਂਗੇ ਤਾਂ ਉਹਨਾਂ ਦਾ ਫਲ ਵੀ ਕਿੱਕਰਾਂ ਵਾਲਾ ਮਿਲਣਾ। ਬਿਜੌਰ ਦੇਖਦੀਆਂ ਦਾਖਾਂ ਨਹੀਂ ਲੱਗਦੀਆਂ, ਜੇ ਸਾਰੀ ਉਮਰ ਉੱਨ ਕੱਤਦੇ ਰਹੇ ਤੇ ਰੇਸ਼ਮ ਨਹੀਂ ਮਿਲਦਾ। ਇਸੇ ਤਰ੍ਹਾਂ ਜਿਹੜਾ ਨਾ ਧਰਮ ਸਾਨੂੰ ਇਨਸਾਨੀਅਤ ਸਿਖਾਉਂਦਾ ਹੈ, ਚੰਗੇ ਕਰਮ ਸਿਖਾਉਂਦਾ ਹੈ, ਚੰਗਾ ਬੈਠਣਾ ਉੱਠਣਾ ਸਿਖਾਉਂਦਾ, ਆਦਰ ਕਰਨਾ ਸਿਖਾਉਂਦਾ ਹੈ। ਸਾਨੂੰ ਬਹੁਤ ਕੋਈ ਧਰਮ ਤੋਂ ਮਿਲਦਾ, ਪਰ ਜੇ ਧਰਮ ਦੀ ਆੜ ਦੇ ਵਿੱਚ ਬੰਦਾ ਗਲਤ ਕੰਮ ਕਰਨ ਲੱਗ ਜਾਵੇ ਤੇ ਉੱਥੇ ਧਰਮ ਵੀ ਸਾਡੀ ਰੱਖਿਆ ਨਹੀਂ ਕਰਦਾ। ਫਿਰ ਮਹਾਰਾਜ ਸਾਹਿਬ ਜੀ ਉਹਨੂੰ ਦੱਸਦੇ ਨੇ, ਕਹਿੰਦੇ ਸੁਣ ਗੁਰ ਕਹਿਓ ਨਾ ਇਮ ਬਣ ਆਵੇ। ਮਹਾਰਾਜ ਕਹਿੰਦੇ ਨਹੀਂ ਬਹਾਦਰ ਸ਼ਾਹ ਇੱਦਾਂ ਨਹੀਂ ਗੱਲ ਬਣਦੀ, ਜਥਾ ਕਰਮ ਕਰ ਤਥਾ ਸੁ ਪਾਵੇ। ਜਿੱਦਾਂ ਦਾ ਕਰਮ ਕਰਾਂਗੇ ਨਾ ਉੱਦਾਂ ਦਾ ਹੀ ਫਲ ਭੁਗਤਣਾ ਪੈਣਾ ਹੈ। ਕਲਮਾ ਪੜ੍ਹੈ ਕਮਾਵੈ ਖੋਟ ਤਿਸ ਕੋ ਸੰਕਟ ਨਰਕ ਨਾ ਛੋਟ। ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਵਿੱਚ ਕਹਿ ਦਿੱਤਾ, ਬਹਾਦਰ ਸ਼ਾਹ ਜੇ ਬੰਦਾ ਕਲਮਾ ਵੀ ਪੜ੍ਹੇ ਤੇ ਮਨ ਵਿੱਚ ਖੋਟ ਵੀ ਰੱਖੇ, ਤੇ ਜੇ ਖੋਟ ਮਨ ਵਿੱਚ ਰੱਖਦਾ ਨਾ ਤੇ ਫਿਰ ਇਹ ਸਮਝ ਲਾ ਵੀ ਉਹਨੂੰ ਨਰਕਾਂ ਤੋਂ ਕੋਈ ਬਚਾ ਨਹੀਂ ਸਕਦਾ, ਕਿਉਂਕਿ ਇਹ ਅਵਸਥਾ ਬਣ ਜਾਂਦੀ। ਇਹ ਸਾਡੇ ਜਿਹੜੇ ਨਾ ਬੰਦਾ ਕਰਮ ਜਿਹੋ ਜਿਹੇ ਕਰਦਾ ਹੈ ਉੱਦਾਂ ਦੀ ਅਵਸਥਾ ਉਹਦੀ ਇਹ ਸੋਚਣੀ ਉੱਦਾਂ ਦੀ ਬਣ ਜਾਂਦੀ। ਕਿਸੇ ਬੰਦੇ ਨੂੰ ਲੱਗਦਾ ਵੀ ਸ਼ਾਇਦ ਧਰਮ ਦਾ ਮਖੌਟਾ ਪਾ ਕੇ ਜਾਂ ਮੈਂ ਧਰਮੀ ਕਹਾ ਕੇ ਮਾੜੇ ਕਰਮ ਕਰ ਲਵਾਂ ਸ਼ਾਇਦ ਮੈਂ ਬਚ ਜਾਵਾਂਗਾ, ਨਹੀਂ। ਮਹਾਰਾਜ ਸਾਹਿਬ ਜੀ ਤੇ ਇਹ ਕਹਿੰਦੇ ਭਾਈ ਸਿਮਰਤ ਵੇਦ ਪੁਰਾਣ ਪੁਕਾਰਨ ਪੂਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਇਸੇ ਤਰ੍ਹਾਂ ਕਿਹਾ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾ ਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰ ਜੇ ਛੂਟੇ ਕੱਲੇ। ਇਹ ਬਹਾਦਰ ਸ਼ਾਹ ਦੀ ਗੱਲ ਨਹੀਂ ਹੈ, ਇਹ ਸਾਡੀ ਸਾਰਿਆਂ ਦੀ ਹੈ ਉਪਦੇਸ਼, ਕਿਉਂਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇੱਕ ਦੇ ਪਰਥਾਏ ਉਪਦੇਸ਼ ਆ ਉਹ ਇਕੱਲਾ ਬਹਾਦਰ ਸ਼ਾਹ ਵਾਸਤੇ ਨਹੀਂ, ਸਾਡੇ ਸਾਰਿਆਂ ਵਾਸਤੇ ਆ। ਭਾਵੇਂ ਸਿੱਖ ਧਰਮ ਹੈ, ਹਿੰਦੂ ਧਰਮ ਹੈ, ਜੈਨ ਧਰਮ ਹੈ, ਭਾਵੇਂ ਬੁੱਧ ਧਰਮ ਹੈ, ਭਾਵੇਂ ਇਸਲਾਮ ਹੈ, ਭਾਵੇਂ ਈਸਾਈ ਧਰਮ, ਕੋਈ ਵੀ ਧਰਮ ਦਾ ਹੈ। ਜਿਹੜਾ ਬੰਦਾ ਆਪਣੇ ਧਰਮ ਦੇ ਵਿੱਚ ਪਰਪੱਕਤਾ ਨਹੀਂ ਧਾਰਨ ਕਰਦਾ, ਧਰਮ ਕਰਕੇ ਧਰਮੀ ਖਵਾਉਂਦਾ ਹੈ, ਪਰ ਕਰਮ ਜਿਹੜੇ ਉਹ ਧਰਮੀ ਨਹੀਂ ਹਨ। ਤੇ ਮਹਾਰਾਜ ਸਾਹਿਬ ਇੱਥੇ ਉਹ ਜਵਾਬ ਦਿੰਦੇ ਵੀ ਉਹ ਨਰਕਾਂ ਤੋਂ ਬਚਦਾ ਨਹੀਂ। ਮਹਾਰਾਜ ਨੇ ਗੁਰਬਾਣੀ 'ਚ ਇਹੀ ਸਾਨੂੰ ਕਿਹਾ ਨਾ, ਜਦੋਂ ਭਾਵੇਂ ਕਿ ਲਾਹੌਰਾ ਸਿੰਘ ਤੇ ਮਾਲਾ ਸਿੰਘ ਦੀ ਗੱਲ ਆ ਜਾਂਦੀ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ, ਲਾਹੌਰਾ ਸਿੰਘ ਤੋਂ ਮਾਲਾ ਸਿੰਘ ਪੈਸੇ ਲੈ ਕੇ ਮੁੱਕਰ ਗਿਆ
ਉਹਨੇ ਕਿਹਾ ਮੈਂ ਮਹਾਰਾਜ ਨੂੰ ਸ਼ਿਕਾਇਤ ਲਾਉਣਾ। ਉਹ ਕਹਿੰਦਾ ਕੋਈ ਗੱਲ ਨਹੀਂ, ਲਾ ਦੇ, ਜੇ ਮਹਾਰਾਜ ਨੂੰ ਦੱਸੇਗਾ। ਤੇ ਮਹਾਰਾਜ ਦੀ ਬਾਣੀ ਤੇ ਕਹਿੰਦੀ ਹੈ, ਲੇਖਾ ਕੋਏ ਨਾ ਪੁੱਛੇ ਹੀ ਜਾਰ ਬਖਸ਼ਣ ਦਾ। ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ, ਭਾਈ ਮਾਲਾ ਸਿਆਂ ਇਹ ਗੱਲ ਤੈਨੂੰ ਯਾਦ ਹੈ ਵੀ ਲੇਖਾ ਕੋਏ ਨਾ ਪੁੱਛੀ ਜਾਰ ਬਖਸ਼ਣ ਦਾ, ਪਰ ਇਹ ਗੱਲ ਕਿਉਂ ਨਹੀਂ ਯਾਦ ਕਰਦਾ ਵੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰਬਾਣੀ ਸਾਨੂੰ ਇਹ ਵੀ ਕਹਿੰਦੀ ਹੈ। ਇਸੇ ਤਰ੍ਹਾਂ ਗੁਰਮੁਖੋ ਭਾਵੇਂ ਕੋਈ ਵੀ ਧਰਮ ਦਾ ਨੁਮਾਇੰਦਾ ਹੈ, ਜਿਹੜੇ ਕਰਮ ਨੇ ਨਾ ਕਰਮ ਧਰਮ ਅਨੁਸਾਰ ਨਹੀਂ ਨਾ ਸਾਡੇ, ਜੇ ਅਸੀਂ ਆਪਣੇ ਕਰਮਾਂ ਨੂੰ ਉਸ ਧਰਮ ਦੇ ਅਨੁਸਾਰ ਨਹੀਂ ਬਣਾਉਂਦੇ, ਫਿਰ ਸਮਝ ਲਓ ਗੁਰੂ ਨੇ ਸਾਡੀ ਬਾਂਹ ਨਹੀਂ ਫੜਨੀ। ਅਸੀਂ ਜਿੰਨਾ ਮਰਜ਼ੀ ਧਰਮ ਦਾ ਮੁਖੌਟਾ ਪਾ ਕੇ ਧਰਮੀ ਕਹਾਈਏ, ਨਹੀਂ ਮਹਾਰਾਜ ਬਾਂਹ ਫੜਦੇ। ਮਹਾਰਾਜ ਸਾਹਿਬ ਜੀ ਸਾਨੂੰ ਕਹਿ ਰਹੇ ਨੇ ਵਾਰ-ਵਾਰ ਕਿ ਭਾਈ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਜਬ ਤੱਕ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ, ਮੈਂ ਨਹੀਂ ਵਿਸ਼ਵਾਸ ਕਰਨਾ ਜੀ। ਇਸੇ ਤਰ੍ਹਾਂ ਬਹਾਦਰ ਸ਼ਾਹ ਨੂੰ ਸਮਝਾ ਰਹੇ ਨੇ। ਬਹਾਦਰ ਸ਼ਾਹ, ਜੇ ਸਤਿਗੁਰੂ ਨੇ ਕਿਹਾ ਵੀ ਜੇ ਇਸ ਤਰ੍ਹਾਂ ਦੇ ਕਰਮ ਕਰਾਂਗੇ ਨਾ ਆਪਾਂ, ਕਲਮਾ ਪੜ੍ਹੇ ਖਮਾਵੇ ਖੋਟ, ਕਲਮਾ ਪੜ੍ਹੇਗਾ ਪਰ ਮਨ ਵਿੱਚ ਖੋਟ ਲੈ ਕੇ ਪੜ੍ਹੇਗਾ, ਮਨ ਤੇਰਾ ਅੰਦਰੋਂ ਵਿਸ਼ਈ ਬਣਿਆ ਪਿਆ, ਜ਼ਬਾਨ ਦੇ ਨਾਲ ਕਲਮਾ ਪੜ੍ਹੀ ਜਾਣਾ, ਫਿਰ ਸਮਝ ਲਾ ਵੀ ਤੈਨੂੰ ਨਰਕਾਂ ਤੋਂ ਕੋਈ ਬਚਾ ਨਹੀਂ ਸਕਦਾ। ਜੇ ਤੂੰ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਇੱਦਾਂ ਦਾ ਬਣਨਾ ਪੈਣਾ ਵੀ ਅੰਦਰੋਂ ਵੀ ਤੇ ਬਾਹਰੋਂ ਇੱਕੋ ਜਿਹਾ ਬਣਨਾ ਪੈਣਾ। ਫਿਰ ਜਾ ਕੇ ਗੁਰੂ ਬਾਂਹ ਫੜਦਾ, ਫਿਰ ਕਿਤੇ ਰੱਬ ਦੇ ਘਰ ਵਿੱਚ ਜਾ ਕੇ ਥਾਂ ਮਿਲਦੀ ਹੈ। ਹੁਣ ਜਦੋਂ ਬਹਾਦਰ ਸ਼ਾਹ ਨੂੰ ਮਹਾਰਾਜ ਨੇ ਸਮਝਾ ਦਿੱਤਾ ਨਾ, ਕਹਿੰਦੇ ਤੈਨੂੰ ਕੋਈ ਨਰਕਾਂ ਤੋਂ ਬਚਾ ਨਹੀਂ ਸਕਦਾ, ਇਹ ਸੰਕਟ ਬਹੁਤ ਵੱਡਾ ਹੈ, ਕੱਲੀਆਂ ਕਲਮਾਂ ਪੜ੍ਹਨ ਦੇ ਨਾਲ ਨਰਕਾਂ ਤੋਂ ਨਹੀਂ ਬਚਿਆ ਜਾਂਦਾ। ਭੋਗੈ ਕਸ਼ਟ ਅਨੇਕ ਪ੍ਰਕਾਰ, ਨਹਿ ਕਲਮਾ ਤਹਿ ਲੇਤ ਉਭਾਰ। ਸਤਿਗੁਰੂ ਕਹਿੰਦੇ ਉੱਥੇ ਜਾ ਕੇ ਬਹੁਤ ਅਨੇਕਾਂ ਤਰ੍ਹਾਂ ਦੇ ਕਸ਼ਟ ਭੋਗਣੇ ਪੈਂਦੇ ਹੈ। ਨਹਿ ਕਲਮਾ ਤਹਿ ਲੇਤ ਉਭਾਰ, ਕੱਲੀਆਂ ਕਲਮਾਂ ਪੜੀਆਂ ਤੈਨੂੰ ਉਬਾਰ ਨਹੀਂ ਸਕਣਗੀਆਂ, ਬਚਾ ਨਹੀਂ ਸਕਣਗੀਆਂ, ਜਿੰਨਾ ਚਿਰ ਤੇਰੇ ਅੰਦਰ ਕਲਮਾਂ ਦਾ, ਉਹਨਾਂ ਮੰਤਰਾਂ ਦਾ ਤੇਰੇ ਅੰਦਰ ਨਹੀਂ ਨਾ ਜਿੰਨਾ ਚਿਰ ਅਸਰ ਹੁੰਦਾ। ਬਾਹਰੋਂ ਤੌਰ ਤੇ ਪੜ੍ਹਿਆ ਕਦੇ ਮੁਕਤ ਨਹੀਂ ਹੁੰਦਾ, ਕਿਉਂਕਿ ਗੁਰਬਾਣੀ ਵੀ ਕਹਿੰਦੇ ਡਿਠੈ ਮੁਕਤ ਨ ਹੋਵੇ, ਜਿਚਰ ਸ਼ਬਦ ਨਾ ਕਰਹਿ ਵਿਚਾਰ। ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦੇ, ਇਕੱਲੇ ਵੇਖਣ ਦੇ ਨਾਲ ਮੁਕਤੀ ਨਹੀਂ ਮਿਲਦੀ ਹੈ। ਇਸੇ ਤਰ੍ਹਾਂ ਮਹਾਰਾਜ ਬਹਾਦਰ ਸ਼ਾਹ ਨੂੰ ਕਹਿੰਦੇ ਕੱਲੀਆਂ ਕਲਮਾਂ ਪੜ੍ਹਨ ਦੇ ਨਾਲ ਤੇਰਾ ਉਧਾਰ ਨਹੀਂ ਹੋਣਾ, ਤੈਨੂੰ ਕੋਈ ਬਚਾ ਨਹੀਂ ਸਕਣਾ, ਨਰਕਾਂ ਵਿੱਚ ਪੈ ਕੇ ਬਹੁਤ ਦੁੱਖ ਭੋਗੇਗਾ। ਕਹੈ ਬਹਾਦਰ ਸ਼ਾਹ ਹਮਾਰੇ, ਕਲਮਾ ਕਰੈ ਉਧਾਰ ਉਚਾਰੇ। ਹੁਣ ਬਹਾਦਰ ਸ਼ਾਹ ਕਹਿੰਦਾ ਜੀ ਸਾਡੇ ਧਰਮ ਵਿੱਚ ਤਾਂ ਇਹ ਗੱਲ ਕਹੀ ਗਈ ਹੈ ਵੀ ਜਿਹੜਾ ਕਲਮਾ ਉਚਾਰਨ ਕਰਦਾ, ਕਲਮਾ ਪੜ੍ਹਦਾ, ਉਹਦਾ ਉਧਾਰ ਹੋ ਜਾਂਦਾ ਜੀ, ਉਹਨੂੰ ਬਹਿਸ਼ਤ ਮਿਲਦਾ ਹੈ, ਸਵਰਗ ਮਿਲਦਾ ਹੈ, ਉਹ ਸਵਰਗਾਂ ਦਾ ਵਾਸੀ ਹੋ ਜਾ। ਸਾਡਾ ਧਰਮ ਇਹ ਗੱਲ ਕਹਿੰਦਾ ਹੈ, ਝੂਠ ਕਹੋ ਕੈ ਸਾਚ ਬਖਾਨਾ, ਕਿਮ ਹਮ ਪਤਾ ਲਹਿ ਮਨ ਜਾਨਾ। ਹੁਣ ਜਿਹੜਾ ਬਹਾਦਰ ਸ਼ਾਹ ਸੀ ਨਾ ਜੀ, ਉਹਨੇ ਕਿਹਾ ਵੀ ਮਹਾਰਾਜ ਮੈਨੂੰ ਇਹ ਪ੍ਰਤੱਖ ਦੱਸੋ ਗੱਲ, ਕਿਉਂਕਿ ਪ੍ਰੈਕਟੀਕਲ ਜਿਹੜਾ ਨਾ ਬੜਾ ਜ਼ਰੂਰੀ ਹੈ, ਪ੍ਰੈਕਟੀਕਲ ਦੇ ਨਾਲ ਛੇਤੀ ਸਮਝ ਲੱਗ ਜਾਂਦੀ। ਉਹ ਕਹਿੰਦਾ ਵੀ ਮਹਾਰਾਜ ਮੈਨੂੰ ਇਸ ਬਾਰੇ ਸੱਚ ਤੇ ਝੂਠ ਬਾਰੇ ਨਿਰਣਾ ਕਰਕੇ ਦਿਓ। ਝੂਠ ਕਹੋ ਕੈ ਸਾਚ ਬਖਾਨਾ, ਸਾਡੇ ਧਰਮ ਅਨੁਸਾਰ ਇਹ ਗੱਲ ਸੱਚੀ ਕਹੀ ਗਈ ਹੈ ਜਾਂ ਝੂਠੀ ਕਹੀ ਗਈ ਹੈ। ਕਿਮ ਹਮ ਪਤਾ ਲੇਹ ਮਨ ਮਾਨਾ, ਮੈਨੂੰ ਇਸ ਗੱਲ ਬਾਰੇ ਕਿਵੇਂ ਪਤਾ ਲੱਗੇਗਾ, ਇਸ ਬਾਰੇ ਮੈਨੂੰ ਕਿਰਪਾ ਕਰਕੇ ਦੱਸਣਾ ਕਰੋ। ਜਾਣੇ ਬਿਨਾ ਪ੍ਰਤੀਤ ਨ ਆਵੈ, ਲਿਖੀ ਸਾਚ ਹੀ ਹੋਏ ਮਨ ਭਾਵੈ। ਬਹਾਦਰ ਸ਼ਾਹ ਕਹਿੰਦਾ ਜੀ ਜਾਣੇ ਤੋਂ ਬਿਨਾ ਤੇ ਪਤਾ ਨਹੀਂ ਲੱਗਦਾ ਕੋ, ਜਿੰਨਾ ਚਿਰ ਮੈਨੂੰ ਕੋਈ ਸਮਝ ਨਹੀਂ ਲੱਗਦੀ ਉਹਨਾਂ ਚਿਰ ਮੈਨੂੰ ਵਿਸ਼ਵਾਸ ਨਹੀਂ ਆਉਣਾ। ਪਰ ਲਿਖੀ ਸਾਚ ਹੋਏ, ਇੱਕ ਇਹ ਵੀ ਗੱਲ ਮੈਂ ਕਹਿੰਦਾ ਵੀ ਸੱਚੀ ਗੱਲ ਲਿਖੀ ਹੋਏਗੀ ਨਾ ਤੇ ਮਨ ਭਾਵੈ, ਉਹ ਮਨ ਨੂੰ ਭਾ ਜਾਂਦੀ। ਜੇ ਸੱਚੀ ਲਿਖੀ ਹੋਵੇ ਤਾਂ ਮਨ ਨੂੰ ਭਾ ਜਾਂਦੀ ਹੈ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹਦੇ ਅਨੁਸਾਰ ਮੇਰਾ ਮਨ ਕਿਵੇਂ ਵਿਸ਼ਵਾਸ ਕਰੇਗਾ, ਮੈਨੂੰ ਵਿਸ਼ਵਾਸ ਦਿਵਾਓ ਵੀ ਵਾਕਿਆ ਹੀ ਕੱਲੀਆਂ ਕਲਮਾਂ ਪੜ੍ਹਨ ਦੇ ਨਾਲ ਜਿੰਨਾ ਚਿਰ ਉਹਨਾਂ ਦਾ ਵਿਚਾਰ ਨਹੀਂ ਕਰਦੇ ਜਾਂ ਜਿੰਨਾ ਚਿਰ ਉਹਨਾਂ 'ਤੇ ਪਹਿਰਾ ਨਹੀਂ ਦਿੰਦੇ ਉਹਨਾਂ ਚਿਰ ਉਧਾਰ ਨਹੀਂ ਹੁੰਦਾ। ਇਸ ਬਾਰੇ ਕਿਰਪਾ ਕਰਕੇ ਨਿਰਣਾ ਕਰ ਦੇਵੋ ਜੀ। ਕੋਸ਼ਪ ਸ੍ਰੀ ਗੁਰੂ ਤਵੈ ਹਕਾਰਾ, ਨਿਗਟ ਨਿਹਾਰਿਓ ਤਾਹੇ ਉਧਾਰਾ। ਉਦੋਂ ਸਾਧ ਸੰਗਤ ਜੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਖਜ਼ਾਨਚੀ ਜਿਹੜਾ ਸੀ ਨਾ ਉਹ ਕੋਲੇ ਖਲੋਤਾ ਏ। ਮਹਾਰਾਜ ਸਾਹਿਬ ਜੀ ਨੇ ਉਸ ਖਜ਼ਾਨਚੀ ਨੂੰ ਬੁਲਾਇਆ ਤੇ ਬੁਲਾ ਕੇ ਸਤਿਗੁਰੂ ਪਾਤਸ਼ਾਹ ਜੀ ਉਹਨੂੰ ਕਹਿਣ ਲੱਗੇ ਹਨ, ਏਕ ਰਜਤ ਪਨ ਕੋਸ਼ ਧਰਿਓ ਹੈ, ਜਿਸ ਪਰ ਕਲਮਾ ਸੰਨ ਭਰਿਓ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਖਜ਼ਾਨਚੀ ਸਾਹਿਬ ਜਿਹੜਾ ਤੁਹਾਡਾ ਕੋਸ਼ ਹੈ ਨਾ ਖਜ਼ਾਨਾ, ਉਹਦੇ 'ਚ ਇੱਕ ਰਜਤ ਪਨ, ਇੱਕ ਚਾਂਦੀ ਦਾ ਰੁਪਈਆ ਰੱਖਿਆ ਪਿਆ ਹੈ
ਉਹਦੇ ਉੱਪਰ ਨਾ ਕਲਮਾਂ ਲਿਖੀਆਂ ਤੇ ਹਿਜਰੀ ਸਨ ਲਿਖਿਆ, ਹਿਜਰੀ ਸਨ। ਹਿਜਰੀ ਸਨ ਜਿਹੜਾ ਮੁਹੰਮਦ ਸਾਹਿਬ ਤੋਂ ਚੱਲਿਆ ਹੈ, ਜਦੋਂ ਉਹਨਾਂ ਨੇ ਮੱਕਾ ਛੱਡ ਕੇ ਮਦੀਨੇ ਜਾਣਾ ਕੀਤਾ ਸੀ ਨਾ, ਹਿਜਰੀ ਸਨ ਉਦੋਂ ਸ਼ੁਰੂ ਹੋਇਆ। ਮਹਾਰਾਜ ਕਹਿੰਦੇ ਉਸ ਨਾ ਰਜਤ ਪੰਨ, ਉਸ ਚਾਂਦੀ ਦੇ ਰੁਪਈਏ ਤੇ ਕਲਮਾਂ ਲਿਖੀਆਂ ਤੇ ਨਾਲ ਉਹਦੇ ਤੇ ਨਾ ਜੀ ਹਿਜਰੀ ਸਨ ਲਿਖਿਆ, ਉਹ ਕੋਸ਼ ਦੇ ਵਿੱਚੋਂ, ਖਜ਼ਾਨੇ ਵਿੱਚੋਂ ਉਹ ਚੁੱਕ ਕੇ ਲਿਆਉਣਾ ਕਰੋ। ਤੇ ਕੋ ਲੈ ਕਰ ਹਾਥ ਸਿਧਾਵੋ, ਟਕੇ ਬਾਜ਼ਾਰ ਵਿਖੇ ਤੇ ਲਿਆਵੋ। ਹਾਂ, ਹੁਣ ਮਹਾਰਾਜ ਸਾਹਿਬ ਜੀ ਉਸ ਕੋਸ਼, ਜਿਹੜੇ ਕੋਸ਼ ਦਾ ਖਜ਼ਾਨਚੀ ਸੀ ਨਾ ਜੀ, ਉਹਨੂੰ ਕਹਿਣ ਲੱਗੇ ਇਹ ਜਿਹੜਾ ਰੁਪਈਆ ਲੈ ਕੇ ਆਇਆ ਇਹਨੂੰ ਹੱਥ ਵਿੱਚ ਲੈ ਤੇ ਬਾਜ਼ਾਰ ਵਿੱਚ ਚਲਿਆ ਜਾ। ਬਾਜ਼ਾਰ ਵਿੱਚੋਂ ਪਤਾ ਕੀ ਲੈ ਕੇ ਆਉਣਾ, ਉੱਤੇ ਲਿਖੀਆਂ ਕਲਮਾਂ, ਹਿਜਰੀ ਸਨ ਲਿਖਿਆ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਆਹ ਰੁਪਈਆ ਲੈ ਜਾ, ਇਸ ਨੂੰ ਬਾਜ਼ਾਰ ਵਿੱਚ ਜਾ ਕੇ ਲੈ ਕੇ ਨਾ ਇਹਦੇ ਟਕੇ ਕਰਾ ਕੇ ਲਿਆ। ਟਕੇ ਦੇ ਭਾਵ ਜੇ ਆਪਾਂ ਕਹਿੰਦੇ ਖੁੱਲੇ ਪੈਸੇ ਕਰਾ ਲਏ, ਵੀ ਆਪਾਂ ਬੱਝਾ ਕੋਈ ਦੇ ਦਈਏ ਵੀ ਖੁੱਲੇ ਕਰਾ ਲਿਆ, ਇੱਦਾਂ ਮਹਾਰਾਜ ਸਾਹਿਬ ਜੀ ਉਹਨੂੰ ਕਹਿੰਦੇ ਵੀ ਬਾਜ਼ਾਰ ਵਿੱਚ ਲੈ ਜਾ ਤੇ ਇਹਦੇ ਨਾ ਪੈਸੇ ਟਕੇ ਕਰਾ ਕੇ ਲਿਆ, ਭਾਵ ਕਿ ਖੁੱਲੇ ਪੈਸੇ ਆਪਾਂ ਜਿਵੇਂ ਕਹਿ ਦਿੰਦੇ ਆ, ਇਸ ਰੁਪਈਏ ਦੇ ਟਕੇ ਲੈ ਕੇ ਆਉਣਾ ਕਰ। ਬੈਠਿਓ ਸ਼ਾਹ ਸ਼ਿਗਰ ਤੂੰ ਜਾਓ, ਹਮਰੇ ਨਿਕਟ ਅਬੈ ਲੈ ਆਓ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਸਾਡੇ ਕੋਲ ਬੈਠਾ ਹੈ, ਤੂੰ ਬੜੀ ਜਲਦੀ ਦੇ ਨਾਲ ਬਾਜ਼ਾਰ ਵਿੱਚ ਜਾ ਤੇ ਸਾਡੇ ਕੋਲ ਨਾ ਉਹ ਜਿਹੜੇ ਟਕੇ ਆ ਰੁਪਈਏ ਦੇ ਖੁੱਲੇ ਪੈਸੇ ਲੈ ਕੇ ਆਉਣੇ, ਛੇਤੀ ਛੇਤੀ ਦੇ ਨਾਲ ਲੈ ਕੇ ਪਹੁੰਚ ਜਾਵੀਂ। ਗੁਰਿਆਇਸ ਤੇ ਕੋਸ਼ਪ ਗਇਓ, बीच ਬਾਜ਼ਾਰ ਰਜਤ ਪਨ ਦਇਓ। ਸਾਧ ਸੰਗਤ ਜੀ ਜਿਹੜਾ ਖਜ਼ਾਨਚੀ ਸੀ ਨਾ ਮਹਾਰਾਜ ਸਾਹਿਬ ਦਾ, ਉਹਨੇ ਕੀ ਕੀਤਾ ਵੀ ਉਹ ਜਿਹੜਾ ਰੁਪਈਆ ਚਾਂਦੀ ਦਾ ਲਿਆ, ਜਿਹ ਤੇ ਕਲਮਾਂ ਤੇ ਹਿਜਰੀ ਸਨ ਲਿਖਿਆ ਹੈ, ਉਹ ਬਾਜ਼ਾਰ ਵਿੱਚ ਚਲਿਆ ਗਿਆ ਛੇਤੀ ਦੇ ਨਾਲ। बीच ਬਾਜ਼ਾਰ ਰਜਤ ਪਨ ਦਇਓ, ਉਹਨੇ ਹਰ ਇੱਕ ਦੁਕਾਨ ਤੇ ਜਾਣਾ ਕੀਤਾ, ਉੱਥੇ ਰਜਤ ਪਨ ਰੁਪਈਆ ਜਿਹੜਾ ਦੇਣਾ ਕਰਦਾ ਵੀ ਆਹ ਚਾਂਦੀ ਦਾ ਰੁਪਈਆ ਲਓ ਤੇ ਮੈਨੂੰ ਟਕੇ ਦੇ ਦਿਓ, ਖੁੱਲੇ ਪੈਸੇ ਇਹਦੇ ਕਰਕੇ ਦੇਵੋ। ਇਸਕੇ ਟਕੇ ਦੇਹੋਗੇ ਨ ਮੋਹੀ, ਜੇ ਤਕ ਭਾਓ ਬਿਕਤ ਇਤ ਹੋਹੀ। ਉਹ ਕਹਿੰਦਾ ਵੀ ਇਸ ਦੇ ਮੈਨੂੰ ਟਕੇ ਦੇ ਦਿਓ, ਜਿੰਨੇ 'ਚ ਵੀ ਵਿਕਦਾ ਹੈ ਮੈਨੂੰ ਗਿਣ ਕੇ ਦਿਓ, ਜਿਸ ਦਾ ਭਾਅ ਇੱਧਰ, ਜਿਵੇਂ ਹੁਣ ਇੱਧਰ ਭਾਅ ਜੀ, ਜਿਵੇਂ ਆਪਣੇ ਚਾਂਦੀ ਦੇ ਰੁਪਈਏ ਚੱਲਦੇ, ਬਾਹਰ ਡਾਲਰ ਚੱਲਦੇ ਹਨ, ਕਿਤੇ ਦਿਨਾਰ ਚੱਲਦੇ ਆ ਜੀ, ਕਿਤੇ ਕੁਝ ਚੱਲਦਾ ਹੈ, ਉਸ ਦੇ ਭਾਅ ਦੇ ਮੈਨੂੰ ਕਹਿੰਦਾ ਦਿਓ, ਮੈਨੂੰ ਇਹ ਜਿਹੜਾ ਰਜਤ ਪਨ ਨਾ ਰੁਪਈਆ ਲੈ ਲਓ ਤੇ ਮੈਨੂੰ ਇਹਦੇ ਖੁੱਲੇ ਟਕੇ ਜਿਹੜੇ ਨਾ ਬਣਾ ਕੇ, ਜਿਹੜੇ ਭਾਅ ਦਾ ਹੈ ਉਸੇ ਅਨੁਸਾਰ ਮੈਨੂੰ ਖੁੱਲੇ ਪੈਸੇ ਇਹਦੇ ਦੇ ਦੇਵੋ। ਪਿਖ ਸਰਾਫ ਨੇ ਦਿਓ ਬਗਾਈ, ਇਹ ਖੋਟੋ ਨ ਚੱਲੇ ਇਥਾਈ। ਸਰਾਫ ਦਾ ਭਾਵ ਹੁੰਦਾ ਪਰਖਣ ਵਾਲਾ, ਜਿਹੜਾ ਪਰਖ ਕਰਦਾ ਹੈ, ਤੇ ਉਹ ਉਹਨੇ ਵੇਖ ਕੇ ਨਾ ਜੀ, ਦੁਕਾਨਦਾਰ ਜਿਹੜਾ ਸੀ ਉਹਨੇ ਵਗਾ ਕੇ ਸੁੱਟ ਦਿੱਤਾ। ਕਹਿੰਦਾ ਜੀ ਇਹ ਖੋਟਾ ਹੈ, ਨਹ ਚੱਲੇ ਤੇ ਥਾਈ। ਉਹਨੇ ਸੁੱਟ ਦਿੱਤਾ, ਕਹਿੰਦਾ ਵੀ ਭਾਈ ਇਹ ਤੇ ਖੋਟਾ ਹੈ, ਇਹ ਨਹੀਂ ਚੱਲਦਾ ਇੱਥੇ ਸਾਡੇ ਝੂਠ, ਬਾਜ਼ਾਰ ਵਿੱਚ ਨਹੀਂ ਚੱਲਣਾ, ਇਹਦਾ ਕੁਝ ਨਹੀਂ ਮਿਲਣਾ, ਖੋਟਾ ਹੈ। ਜਦੋਂ ਉਹਨੇ ਸੁੱਟ ਦਿੱਤਾ ਤੇ ਉਹ ਜਿਹੜਾ ਖਜ਼ਾਨਚੀ ਸੀ ਉਹ ਵੀ ਚਿੰਤਾ ਦੇ ਵਿੱਚ ਹੋ ਗਿਆ। ਉਹਨੇ ਵੀ ਸੋਚਿਆ ਵੀ ਕੀ ਹੋਇਆ। ਹੁਣ ਮਹਾਰਾਜ ਸਾਹਿਬ ਜੀ ਦੇ ਉਹਨੂੰ ਦੱਸਣਾ ਚਾਹੁੰਦੇ ਸਨ ਵੀ ਇੱਥੇ ਖੋਟੇ ਤੇ ਖਰੇ ਦੀ ਪਰਖ ਦੱਸਣਾ ਚਾਹੁੰਦੇ ਸਨ। ਮਹਾਰਾਜ ਨੇ ਜਦੋਂ ਉਸ ਖਜ਼ਾਨਚੀ ਦੇ ਸਾਹਮਣੇ ਉਸ ਦੁਕਾਨਦਾਰ ਨੇ ਉਹ ਰਜਤ ਪਨ ਖੋਟਾ ਰੁਪਈਆ ਜਿਹੜਾ ਸੁੱਟ ਦਿੱਤਾ ਹੈ। 4-5 ਹਟਨ ਪਰ ਫਿਰਿਓ, ਨੈ ਸਰਾਫ ਕਿਨ ਕਰ ਮੈਂ ਧਰਿਓ। ਉਹਨੇ ਇੱਕ ਦੁਕਾਨ ਛੱਡੀ, ਦੂਜੀ ਦੁਕਾਨ ਤੇ ਚਲ ਗਿਆ, ਤੀਜੀ ਤੇ ਗਿਆ, ਫਿਰ ਇਸ ਤਰ੍ਹਾਂ 4-5 ਦੁਕਾਨਾਂ ਤੇ ਗਿਆ। 4-5 ਦੁਕਾਨਾਂ ਤੇ ਫਿਰ ਕੇ ਨਾ ਜੀ ਕਿਸੇ ਨੇ ਵੀ ਆਪਣੇ ਹੱਥ ਵਿੱਚ ਉਹ ਰੁਪਈਆ ਨਾ ਲੈਣਾ ਕੀਤਾ। ਜਿਹੜਾ ਵੇਖਿਓ ਕਵੇ ਵੀ ਇਹ ਖੋਟਾ ਅਸੀਂ ਨਹੀਂ ਲੈਂਦੇ, ਇਹਦਾ ਤੈਨੂੰ ਕੋਈ ਖੁੱਲੇ ਪੈਸੇ ਨਹੀਂ ਮਿਲਣੇ, ਇਹਦਾ ਕੋਈ ਭਾਅ ਨਹੀਂ ਹੈਗਾ, ਇੱਥੇ ਖੋਟਾ ਹੈ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਸਾਰੇ ਬਾਜ਼ਾਰ ਦੇ ਵਿੱਚ ਉਹ ਤੁਰ ਫਿਰ ਆਇਆ, ਪਰ ਕਿਸੇ ਨੇ ਵੀ ਉਹ ਜਿਹੜਾ ਖੋਟਾ ਰੁਪਈਆ ਸੀ ਜਿਹਤੇ ਹਿਜਰੀ ਸਨ ਵੀ ਲਿਖਿਆ, ਕਲਮਾਂ ਲਿਖੀਆਂ ਨੇ, ਕਿਸੇ ਨੇ ਨਾ ਲੈਣਾ ਕੀਤਾ। ਹਟ ਕਰ ਗੋਲਟੇ ਗਿਆਨ ਸੁਨਾਈ, ਇਸੇ ਸਰਾਫ ਨ ਲੈਤ ਕਦਾਈ। ਉਹ ਜੀ ਹਟ ਕੇ ਨਾ ਭਾਵ ਕਿ ਪਿੱਛੇ ਮੁੜ ਕੇ ਆ ਗਿਆ ਬਾਜ਼ਾਰ ਵਿੱਚੋਂ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਕੋਲ ਆਣ ਕੇ ਆਪਣੀ ਸਾਰੀ ਵਾਰਤਾਲਾਪ ਸੁਣਾਉਂਦਾ। ਕਹਿੰਦਾ ਮਹਾਰਾਜ ਕਿਸੇ ਦੁਕਾਨਦਾਰ ਨੇ ਇਹ ਰੁਪਈਆ ਲੈਣਾ ਨਹੀਂ ਕੀਤਾ ਤੇ ਨਾ ਇਹਦੇ ਕੋਈ ਖੁੱਲੇ ਪੈਸੇ ਦੇਣਾ ਚਾਹੁੰਦਾ ਹੈ। ਸਾਰਿਆਂ ਨੇ ਇਹਨੂੰ ਇਨਕਾਰ ਕਰ ਦਿੱਤਾ ਵੀ ਖੋਟਾ ਹੈ। ਖੋਟੇ ਕੋ ਬਿਲੋਕ ਤਤਕਾਲਾ, ਰਿਸਕੋ ਧਰਤ ਹਾਥ ਤੇ ਡਾਲਾ। ਮਹਾਰਾਜ ਖੁੱਲੇ ਪੈਸੇ ਤੇ ਦੇਣ ਦੀ ਬੜੀ ਵੱਡੀ ਗੱਲ ਹੈ। ਇਸ ਖੋਟੇ ਨੂੰ ਦੇਖ ਕੇ ਨਾ ਤੇ ਉਹਨਾਂ ਦੇ ਅੰਦਰ ਗੁੱਸਾ ਆ ਜਾਂਦਾ ਸੀ ਵੀ ਇਹ ਬੰਦਾ ਕਿਹੋ ਜਿਹਾ ਖੋਟਾ ਰੁਪਈਆ ਲਈ ਫਿਰਦਾ ਹੈ, ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਖੋਟਾ ਤੇ ਨਾਲੇ ਸਾਡੇ ਤੋਂ ਖੁੱਲੇ ਪੈਸੇ ਮੰਗਦਾ। ਉਹ ਤੇ ਮਹਾਰਾਜ ਬੜਾ ਗੁੱਸਾ ਕਰਦੇ ਸੀ। ਕਿਸੇ ਵੀ ਦੁਕਾਨਦਾਰ ਨੇ ਆਪਣੇ ਹੱਥੇ ਨਹੀਂ ਤੇਰਾ, ਉਹ ਵੇਖਣ ਸਾਰ ਹੀ ਕਹਿ ਦਿੰਦੇ ਭਾਈ ਜਾ ਮੁੜ ਜਾ, ਖੋਟਾ ਹੈ, ਸਾਡੇ ਕੋਲ ਨਹੀਂ ਚੱਲਣਾ ਇਹਨੇ।
ਇਸ ਤਰ੍ਹਾਂ ਦੇ ਨਾਲ ਮਹਾਰਾਜ ਉਹ ਗੁੱਸਾ ਵੀ ਬੜਾ ਕਰਦੇ ਸੀ, ਕਿਸੇ ਨੇ ਖੁੱਲੇ ਪੈਸੇ ਨਹੀਂ ਦਿੱਤੇ ਹਨ। ਟਕੇ ਦੇਣ ਤੋ ਕਿ ਤੂੰ ਰਹੇ, ਝਿੜਕ ਹਟਾਵਤ ਦੁਰਬਚ ਕਹੇ। ਹੁਣ ਆਪਣੀ ਅਗਲੀ ਗੱਲ ਦੱਸਦਾ, ਉਹ ਫੇਰ ਕਹਿੰਦਾ ਮਹਾਰਾਜ ਟਕੇ ਦੇਣੇ ਤਾਂ ਕਿਤੇ ਦੇ ਰਹੇ, ਕਿੰਨੇ ਦੇਣੇ ਸੀ ਟਕੇ? ਮੈਨੂੰ ਤਾਂ ਉਹਨਾਂ ਨੇ ਬੜੀਆਂ ਝਿੜਕਾਂ ਵੀ ਦਿੱਤੀਆਂ ਤੇ ਮੋੜ ਦਿੰਦੇ ਸੀ, ਵਾਪਸ ਮੋੜ ਦਿੰਦੇ ਸੀ। ਨਾਲੇ ਮੈਨੂੰ ਕਹਿੰਦੇ ਤੈਨੂੰ ਪਤਾ ਨਹੀਂ ਲੱਗਦਾ, ਬਾਜ਼ਾਰ ਵਿੱਚ ਤੁਰਿਆ ਫਿਰਦਾ, ਖੋਟਾ ਪੈਸਾ ਲੈ ਕੇ ਤੁਰਿਆ ਫਿਰਦਾ ਤੇ ਖੋਟੇ ਦੇ ਬਦਲੇ ਅਸਲ ਟਕੇ ਮੰਗਦਾ ਹੈ। ਮਹਾਰਾਜ ਬੜੀਆਂ ਝਿੜਕਾਂ ਵੀ ਮਿਲੀਆਂ, ਬੜਾ ਉਹਨਾਂ ਨੇ ਗੁੱਸਾ ਵੀ ਕੀਤਾ। ਟਕੇ ਦੇਣ ਦੀ ਕਿਤੇ ਗੱਲ ਮੇਰੀ ਤਾਂ ਉਹਨਾਂ ਨੇ, ਜਦੋਂ ਮੈਂ ਕਿਸੇ ਦੁਕਾਨ ਤੇ ਜਾਂਦਾ ਸੀ ਉਹ ਪਹਿਲਾਂ ਹੀ ਬੇਇੱਜ਼ਤੀ ਕਰਕੇ ਪਿੱਛੇ ਮੋੜ ਦਿੰਦੇ ਸਨ। ਸੁਣ ਕੋਸ਼ਪ ਤੇ ਲੈ ਕਰ ਹੱਥ, ਬੋਲੇ ਗੁਰੂ ਸੁਣ ਦਿੱਲੀ ਨਾਥ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਸੁਣ ਕੇ ਨਾ ਕੋਸ਼ਪ ਤੋਂ, ਖਜ਼ਾਨਚੀ ਤੋਂ ਗੱਲ ਆਪਣੇ ਹੱਥ 'ਚ ਲੈ ਲਿਆ। ਉਹ ਰੁਪਈਆ ਰਜਤ ਪਨ ਜਿਹੜਾ ਸੀ ਨਾ, ਆਪਣੇ ਹੱਥ ਵਿੱਚ ਚਾਂਦੀ ਦਾ ਰੁਪਈਆ ਲੈ ਲਿਆ ਤੇ ਦਿੱਲੀ ਦਾ ਬਾਦਸ਼ਾਹ ਜਿਹੜਾ ਬਹਾਦਰ ਸ਼ਾਹ ਬੈਠਾ, ਉਹਨੂੰ ਕਹਿੰਦੇ ਸੁਣ ਬਾਦਸ਼ਾਹ, ਜਿਹੜੀ ਗੱਲ ਤੈਨੂੰ ਸਮਝਾਉਣਾ ਚਾਹੁੰਦੇ ਆ, ਜਿਹੜੀ ਗੱਲ ਤੈਨੂੰ ਦੱਸਣਾ ਚਾਹੁੰਦੇ ਆ, ਹੁਣ ਤੈਨੂੰ ਦੱਸ ਦਈਏ, ਪ੍ਰੈਕਟੀਕਲ ਕਰਕੇ ਦੱਸਦੇ ਆ ਤੈਨੂੰ, ਤਾਂ ਇਹ ਸਭ ਕੁਝ ਕਰਨਾ ਪਿਆ ਹੈ। ਜਿਨ ਕੋ ਮਤ ਕਲ ਮੈਂ ਤੇ ਭਿਸ਼ਤ, ਤਿਨ ਕੇ ਰਾਜ ਨ ਕਹੂੰ ਸ਼ਿਕਸਤ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਇਹ ਮਤ ਹੈ ਵੀ ਕਲਮੇ ਨਾਲ ਬਹਿਸ਼ਤ ਮਿਲਦਾ ਹੈ, ਤੁਹਾਡਾ ਮਤ ਹੈ ਨਾ, ਤੁਹਾਡਾ ਰਾਜ ਭਾਗ ਵੀ ਹੈ। ਹਿੰਦੁਸਤਾਨ ਦਾ ਬਾਦਸ਼ਾਹ ਤੇਰਾ ਰਾਜ ਭਾਗ ਹੈ, ਵੇਖ ਲਾ। ਤੇ ਤੇਰਾ ਮਤ ਹੀ ਕਹਿੰਦਾ ਵੀ ਕਲਮਾ ਪੜਨ ਦੇ ਨਾਲ ਬਹਿਸ਼ਤ ਮਿਲ ਜਾਂਦਾ ਤੇ ਰਾਜ, ਉਹਨਾਂ ਦਾ ਰਾਜ ਕਿ ਟੁੱਟਾ ਨਹੀਂ ਭਾਲੇ ਭਾਵੇਂ ਹਾਲੇ ਕਾਇਮ ਹੈ। ਬਾਦਸ਼ਾਹ ਨੂੰ ਦੱਸ ਰਿਹਾ ਵੀ ਤੇਰਾ ਰਾਜ ਭਾਗ ਹੈ, ਤੂੰ ਦਿੱਲੀ ਦਾ ਬਾਦਸ਼ਾਹ ਹੈ, ਤੇਰੀ ਰਾਜ ਭਾਗ ਹੋਵੇ। ਤੇਰੇ ਬਾਜ਼ਾਰਾਂ ਵਿੱਚ ਮੈਂ ਟਕਾ ਭੇਜਿਆ ਹੈ ਤੇ ਟਕਾ ਭੇਜ ਕੇ ਮੈਂ ਇਹ ਕਹਿਣਾ ਕੀਤਾ ਸੀ ਵੀ ਖੁੱਲੇ ਪੈਸੇ ਲੈ ਕੇ ਆਇਆ, ਰਾਜ ਭਾਗ ਤੇਰਾ, ਕਲਮਾਂ ਤੇਰੀਆਂ ਲਿਖੀਆਂ ਤੇ ਜਿਹੜੀ ਗੱਲ ਕਲਮ ਦੀ ਗੱਲ ਕਰਦਾ ਵੀ ਕਲਮਾਂ ਪੜ੍ਹ ਕੇ ਬਹਿਸ਼ਤ ਮਿਲਦਾ ਏ। ਮਹਾਰਾਜ ਨੇ ਇਹ ਕਿਹਾ ਵੀ ਵੇਖ ਤੇਰਾ ਰਾਜ ਭਾਗ ਜੇ ਟੁੱਟਾ ਨਹੀਂ ਰਾਜ ਭਾਗ, ਫਿਰ ਤੇਰੀਆਂ ਕਲਮਾਂ ਲਿਖੀਆਂ, ਸਭ ਕੁਝ ਲਿਖਿਆ ਹੋਇਆ ਹੈ। ਉਹ ਨਿਰਣੈ ਕਰ ਲਿਓ ਨਿਹਾਰ, ਤੋਹੇ ਨਿਕਟ ਹੈ ਤੋਹੇ ਬਾਜ਼ਾਰ। ਸਤਿਗੁਰੂ ਕਹਿੰਦੇ ਚੰਗਾ ਵੇਖ ਲਾ, ਫਿਰ ਹੁਣ ਨਿਰਣਾ ਕਰਕੇ ਦੇਖ ਲਾ। ਤੇ ਤੇਰੇ ਤੁਹਾਡੇ ਨੇੜੇ ਬਾਜ਼ਾਰ ਹੈ, ਤੇਰਾ ਹੀ ਸ਼ਹਿਰ ਹੈ, ਤੇਰਾ ਰਾਜ ਭਾਗ ਹੈ, ਤੇਰਾ ਹੀ ਇਹ ਜਿਹੜਾ ਕਲਮਾਂ ਲਿਖੀਆਂ ਨੇ, ਤੇਰੇ ਮਤ ਦਾ ਹਿਜਰੀ ਸੰਨ ਲਿਖਿਆ ਹੈ। ਮਹਾਰਾਜ ਕਹਿੰਦੇ ਨਿਰਣਾ ਕਰਕੇ ਵੇਖ ਲੈ, ਜੇ ਤੈਨੂੰ ਅਜੇ ਵਿਸ਼ਵਾਸ ਨਹੀਂ, ਚੰਗਾ ਤੂੰ ਨਿਰਣਾ ਕਰਕੇ ਵੇਖ ਲੈ। ਉਪਰ ਕਲਮਾ ਕਹਿ ਨਾ ਵਿਚਾਰਿਓ, ਅੰਤਰ ਖੋਟੋ ਸਗਲ ਨਿਹਾਰਿਓ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਵੇਖ ਉੱਪਰ ਕਲਮਾਂ ਲਿਖੀਆਂ ਨੇ, ਕਲਮਾਂ ਨੂੰ ਨਹੀਂ ਕਿਸੇ ਨੇ ਵਿਚਾਰਿਆ, ਇਹਦੇ ਅੰਦਰ ਜਿਹੜਾ ਖੋਟਾਪਣ ਸੀ ਨਾ ਉਹਨੂੰ ਸਾਰਿਆਂ ਨੇ ਵੇਖ ਲਿਆ ਵੀ ਰੁਪਈਆ ਖੋਟਾ ਹੈ। ਇਹਦੇ ਉੱਪਰ ਲਿਖੀਆਂ ਕਲਮਾਂ ਨੂੰ ਕਿਸੇ ਨੇ ਨਹੀਂ ਵੇਖਿਆ ਵੀ ਤੇ ਕਲਮਾਂ ਲਿਖੀਆਂ ਨੇ। ਹੁਣ ਇਹ ਦ੍ਰਿਸ਼ਟਾਂਤ ਸੀ ਮਹਾਰਾਜ ਦਾ ਵੀ ਜੇ ਤੂੰ ਬਾਹਰੋਂ ਕਲਮਾਂ ਪੜ੍ਹਨੀਆਂ, ਕਹਿਣਾ ਨਾ ਬਾਹਰੋਂ ਕਲਮਾਂ ਪੜ੍ਹ ਕੇ ਮੈਂ ਬਹਿਸ਼ਤ ਚਲੇ ਜਾਵਾਂਗਾ, ਨਹੀਂ ਜਾਇਆ ਜਾਣਾ। ਅੰਦਰ ਦੇਖਦਾ ਰੱਬ, ਅੰਦਰ ਦੇਖਦਾ ਏ, ਖੋਟਾਪਣ ਦੇਖਦਾ ਸਾਡੇ ਅੰਦਰ ਦਾ ਖੋਟਾਪਣ। ਉਹ ਕਿਸੇ ਵੀ ਧਰਮ ਦਾ ਭਾਵੇਂ ਪੈਰੋਕਾਰ ਹੈ, ਭਾਵੇਂ ਕੋਈ ਸਿੱਖ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਹਿੰਦੂ ਹੈ, ਭਾਵੇਂ ਈਸਾਈ ਧਰਮ ਦਾ ਹੈ, ਰੱਬ ਸਾਡੇ ਅੰਦਰ ਦੇ ਗੁਣਾਂ ਨੂੰ ਦੇਖਦਾ, ਨਾ ਕਿ ਬਾਹਰੀ ਚਿੰਨ੍ਹਾਂ ਨੂੰ ਦੇਖਦਾ ਹੈ। ਬਾਹਰੀ ਚਿੰਨ੍ਹ ਸਾਡਾ ਧਰਮ ਦਾ ਸਤਿਕਾਰ ਹੈ, ਪਰ ਇਹਦੇ ਨਾਲ ਸਾਡੇ ਅੰਦਰ ਦੇ ਗੁਣ ਸਾਡਾ ਸ਼ਿੰਗਾਰ ਨੇ। ਜਿੰਨਾ ਚਿਰ ਸਾਡੇ ਅੰਦਰ ਦੇ ਗੁਣ ਚੰਗੇ ਨਹੀਂ, ਉਹਨਾਂ ਚਿਰ ਰੱਬ ਦੇ ਘਰ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਉਹਨੂੰ ਦੱਸਦੇ ਆ, ਕਹਿੰਦੇ ਵੇਖ ਉੱਪਰ ਕਲਮਾਂ ਲਿਖੀਆਂ ਨੇ, ਪਰ ਕਲਮਾਂ ਨੂੰ ਕਿਸੇ ਨੇ ਵਿਚਾਰਿਆ ਨਹੀਂ। ਇਹਦੇ ਅੰਦਰ ਦਾ ਖੋਟਾਪਣ ਸਾਰਿਆਂ ਨੇ ਦੇਖ ਲਿਆ ਵੀ ਇਹ ਰੁਪਈਆ ਖੋਟਾ ਹੈ। ਕਲਮਾਂ ਛੱਡ ਕੇ ਇਹਦੇ ਅੰਦਰ ਦੀ ਗੱਲ ਨੂੰ ਵਿਚਾਰ ਲਿਆ ਸਭਨਾਂ ਨੇ। ਕਿਨੋ ਨ ਕੀਨਸ ਅੰਗੀਕਾਰ, ਖੋਟਾ ਦੇਖਤ ਦੇ ਕਰ ਡਰ। ਮਹਾਰਾਜ ਕਹਿੰਦੇ ਵੇਖਿਆ ਬਹਾਦਰ ਸ਼ਾਹ, ਕਿਸੇ ਨੇ ਅੰਗੀਕਾਰ ਨਹੀਂ ਕੀਤਾ, ਭਾਵ ਕਿ ਕਿਸੇ ਨੇ ਆਪਣੀ ਦੁਕਾਨ 'ਚ ਨਹੀਂ ਰੱਖਿਆ। ਇਹਨੂੰ ਖੋਟਾ ਵੇਖ ਕੇ ਸਾਰਿਆਂ ਨੇ ਪਿੱਛੇ ਸੁੱਟ ਦਿੱਤਾ ਵੀ ਨਹੀਂ ਸਾਡੇ ਕੋਲ ਨਹੀਂ ਚੱਲਣਾ, ਖੋਟਾ ਨਹੀਂ ਚੱਲਦਾ ਸਾਡੇ ਕੋਲ। ਭਾਵੇਂ ਕਿ ਕਲਮਾਂ ਵੀ ਲਿਖੀਆਂ ਸੀ, ਕਲਮਾਂ ਦਾ ਵੀ ਲਿਹਾਜ਼ ਨਹੀਂ ਕੀਤਾ ਕਿਸੇ ਨੇ। ਉਹਨਾਂ ਨੇ ਕਿਹਾ ਵੀ ਇਹ 'ਚ ਖੋਟਾ ਪਾਣਾ, ਖੋਟਾ ਸਾਡੀ ਦੁਕਾਨ ਤੇ ਨਹੀਂ ਚੱਲਦਾ। ਜੇ ਖੋਟਾ ਦੁਕਾਨ ਤੇ ਨਹੀਂ ਚੱਲਦਾ ਤੇ ਰੱਬ ਦੇ ਘਰ ਵਿੱਚ ਖੋਟਾ ਕਿਵੇਂ ਚੱਲ ਜਾਵੇਗਾ? ਵੀ ਰੱਬ ਦੇ ਘਰ ਵਿੱਚ ਵੀ ਖੋਟਾਪਣ ਨਹੀਂ ਚੱਲਦਾ ਹੈ। ਜਹ ਤੁਰਕਣ ਕੋ ਰਾਜ ਤਪੰਤਾ, ਤਹਾਂ ਨਕਲਪਾ ਰਛ ਕਰੰਤਾ। ਜਿੱਥੇ ਤੁਰਕਾਂ ਦਾ ਰਾਜ ਚੱਲਦਾ ਹੈ ਉੱਥੇ ਵੀ ਕਲਮਾਂ ਰੱਖਿਆ ਨਹੀਂ ਕਰ ਸਕਦੀਆਂ। ਤੁਹਾਡਾ ਰਾਜ ਭਾਗ ਹੈ ਨਾ, ਤੂੰ ਰਾਜ ਭਾਗ ਦਾ ਮਾਲਕ ਹੈ, ਦਿੱਲੀ ਦਾ ਬਾਦਸ਼ਾਹ ਹੈ। ਮਹਾਰਾਜ ਕਹਿੰਦੇ ਨਹੀਂ, ਜਿੰਨਾ ਚਿਰ
ਅੰਦਰੋਂ ਰੱਬ ਦੇ ਨਾਲ ਪ੍ਰੇਮ ਨਹੀਂ ਹੈ ਨਾ, ਅੰਦਰ ਬੁਰਾਈ ਹੈ ਤੇ ਬਾਹਰੋਂ ਧਰਮੀ ਖਵਾਉਣਾ, ਮਹਾਰਾਜ ਕਹਿੰਦੇ ਤੁਹਾਡਾ ਰਾਜ ਭਾਗ ਹੈ, ਤੁਹਾਡੀਆਂ ਕਲਮਾਂ ਵੀ ਤੁਹਾਡੀ ਰੱਖਿਆ ਨਹੀਂ ਕਰ ਸਕਦੀਆਂ। ਜੇ ਥਾਂ ਅਵਰ ਨਿਆਮ ਕੋ ਕਰਤਾ, ਭਲੇ ਬੁਰੇ ਕੋ ਨਿਰਣੈ ਧਰਤਾ। ਜਿਸ ਸਥਾਨ ਵਿਖੇ ਨਾ ਹੋਰ ਨਿਆਂ ਕਰਨ ਵਾਲੇ ਹਨ, ਜੇ ਥਾਂ ਅਵਰ ਨਿਆਮ ਕੀ ਕਰਤਾ, ਹੋਰ ਨਿਆਂ ਕਰਨ ਵਾਲੇ, ਭਲੇ ਬੁਰੇ ਕੋ ਨਿਰਣੈ ਧਰਤਾ, ਤੇ ਭਲੇ ਤੇ ਬੁਰੇ ਦਾ ਨਿਰਣਾ ਧਾਰਨ ਕਰਨ ਵਾਲੇ ਹਨ, ਨਿਆਂ ਕਰਤਾ। ਧਰਮ ਰਾਜ ਦੀ ਗੱਲ ਕਰਦੇ ਵੀ ਜਿੱਥੇ ਪਰਮਾਤਮਾ ਬੈਠਾ ਨਾ, ਉਹ ਭਲੇ ਬੁਰੇ ਦੀ ਸਾਰੀ ਨਿਰਣਾ ਕਰਦਾ ਹੈ। ਦੁਨੀਆ ਦੇ ਲੋਕ, ਦੁਨੀਆ ਦੀਆਂ ਅਦਾਲਤਾਂ, ਦੁਨੀਆ ਦੇ ਨਿਆਂਕਾਰ ਝੂਠਾ ਨਿਆਂ ਕਰ ਸਕਦੇ ਹਨ, ਪਰ ਜਿੱਥੇ ਰੱਬ ਦੀ ਗੱਲ ਆਉਂਦੀ ਹੈ ਉੱਥੇ ਸੱਚਾ ਨਿਆਂ ਕਰੇ ਕਰਤਾਰ। ਉੱਥੇ ਉਹ ਸੱਚਾ ਨਿਆਂ ਕਰਦਾ ਹੈ। ਉਹਦੀ ਅਦਾਲਤ ਵਿੱਚ, ਉਹਦੇ ਘਰ ਵਿੱਚ ਕੋਈ ਫਰਮਾਇਸ਼ ਨਹੀਂ ਚੱਲਦੀ, ਕੋਈ ਸਾਡੀ ਕਿਸੇ ਤਰ੍ਹਾਂ ਦੀ ਜਿਹੜੀ ਆ ਨਾ ਰਿਸ਼ਵਤ ਨਹੀਂ ਚੱਲਦੀ। ਉੱਥੇ ਤਾਂ ਬਸ ਇਹ ਕਿਹਾ ਜਾਂਦਾ ਵੀ ਆਈ ਆ ਗਿਆ ਫਿਰ ਉਹ ਬੁਲਾਇਆ। ਉੱਥੇ ਤਾਂ ਇਹ ਕਿਹਾ ਜਾਂਦਾ ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ। ਛੇਤੀ ਚੱਲ, ਉੱਥੇ ਛੇਤੀ ਦੀ ਗੱਲ ਹੋਣੀ ਆ। ਉੱਥੇ ਨਿਆਂ ਕਰਤਾ ਜਿਹੜਾ ਨਾ, ਉਹ ਕਿਸੇ ਦੀ ਗੱਲ ਨਹੀਂ ਸੁਣਦਾ, ਨਾ ਕਿਸੇ ਨਾਲ ਸਲਾਹ ਮਸ਼ਵਰਾ ਕਰਦਾ ਹੈ, ਉਹ ਆਪਣੇ ਢੰਗ ਅਨੁਸਾਰ ਨਿਆਂ ਕਰਦਾ। ਉਹ ਸੱਚ ਬੁਰੇ ਤੇ ਭਲੇ ਦਾ ਨਿਰਣਾ ਕਰਕੇ ਉਹ ਜਿਹੜਾ ਨਾ ਨਿਆਂ ਕਰਦਾ, ਕਿਉਂਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਉਹਦੇ ਘਰ ਵਿੱਚ ਚੰਗੇ ਤੇ ਬੁਰਿਆਈਆਂ ਜਿਹੜੀਆਂ ਵਾਚੀਆਂ ਜਾਣੀਆਂ ਹੈ। ਇਸੇ ਕਰਕੇ ਮਾਰੇ ਕਹਿੰਦੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਾ। ਨੰਗਾ ਦੋਜਕ ਦਾ ਭਾਵ ਹੁੰਦਾ ਵੀ ਦੁਨੀਆ 'ਚ ਆਪਾਂ ਉਪੱਦਰ ਕਰਕੇ ਪਾਪ ਕਰਕੇ ਲੁਕਾ ਲੈਂਦੇ ਹਾਂ, ਰੱਬ ਦੇ ਘਰ ਲੁਕਦੇ ਨਹੀਂ। ਉੱਥੇ ਸਾਰਾ ਕੁਝ ਨਸ਼ਰ, ਉੱਥੇ ਹਾਂ ਹੀ ਕਰਨਾ ਪੈਣਾ ਵੀ ਮੈਂ ਹਾਂ ਕੀਤਾ ਹੈ, ਇਹ ਕੀਤਾ ਹੈ, ਨਾ ਨਹੀਂ ਕੀਤੀ। ਦੁਨੀਆ 'ਚ ਆਪਾਂ ਲੁਕਾ ਲੈਂਦੇ ਹਾਂ ਜੀ, ਸਾਰੇ ਆਪਣੇ ਪੜਦੇ ਨੇ, ਸਾਰਿਆਂ ਦੇ ਕਿਸੇ ਦਾ ਕਿਸੇ ਤਰ੍ਹਾਂ ਦਾ ਪੜਦਾ, ਪਰ ਰੱਬ ਦੇ ਘਰ ਕੋਈ ਪੜਦਾ ਨਹੀਂ। ਉਹ ਤਾਂ ਇੱਦਾਂ ਦਾ ਹੈ ਵੀ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੈ, ਉਹਦੇ ਘਰ 'ਚ ਛਪਾਇਆ ਨਹੀਂ ਜਾਣਾ। ਇਸ ਕਰਕੇ ਬਹਾਦਰ ਸ਼ਾਹ ਨੂੰ ਕਿਹਾ ਜਿਹੜਾ ਮੇਰੇ ਮਾਲਕ ਦਾ ਘਰ ਹੈ ਨਾ, ਉਹ ਭਲੇ ਤੇ ਬੁਰੇ ਦਾ ਨਿਰਣਾ ਕਰਨਾ ਜਾਣਦਾ ਹੈ, ਉਹਦਾ ਜਿਹੜਾ ਨਿਆਂ ਨਾ ਉਹ ਸੱਚਾ ਨਿਆਂ ਕਰੇ ਕਰਤਾਰ ਹੈ। ਤੈ ਕਲਮਾ ਕਿਮ ਕਰ ਸਹਾਏ, ਤੈ ਖੋਟੇ ਕੋ ਭਿਸ਼ਟ ਪੁਚਾਏ। ਮਹਾਰਾਜ ਕਹਿੰਦੇ ਦੱਸ ਫਿਰ ਤੇਰੀਆਂ ਕਲਮਾਂ ਉੱਥੇ ਕਿਵੇਂ ਸਹਾਇਤਾ ਕਰਨਗੀਆਂ। ਦੇ ਖੋਟੇ ਕੋ ਭਿਸ਼ਟ ਪਹੁੰਚਾਏ, ਖੋਟੇ ਨੂੰ ਬਹਿਸ਼ਤਾਂ ਵਿੱਚ ਕਿਵੇਂ ਪਹੁੰਚਾਉਣਗੀਆਂ। ਜਿਹੜਾ ਬੰਦਾ ਖੋਟਾ ਬਾਹਰੋਂ ਕੱਲੀਆਂ ਕਲਮਾਂ ਪੜ੍ਹ ਕੇ ਥੋੜਾ ਸਵਰਗਾਂ ਵਿੱਚ ਚਲਿਆ ਜਾਵੇਗਾ। ਜਹ ਪਰਮੇਸ਼ਰ ਕੀ ਦਰਗਾਹੇ, ਯਥਾ ਜੋਗ ਬਿਖਿਅਤ ਹੈ ਤਾਹੇ। ਹੁਣ ਜਿਹੜੀ ਪਰਮੇਸ਼ਰ ਦੀ ਦਰਗਾਹ ਨਾ, ਰੱਬ ਦਾ ਘਰ ਪਰਮਾਤਮਾ ਦਾ, ਉੱਥੇ ਜਥਾ ਜੋਗ ਚੰਗੀ ਤਰ੍ਹਾਂ ਦੇ ਨਾਲ ਪਰਖ ਕੀਤੀ ਜਾਂਦੀ ਹੈ। ਦੁਨੀਆ ਦੇ ਨਿਆਂ ਕਰਤਾ ਘਰ ਵਾਂਗ ਨਹੀਂ ਹੈ ਵੀ ਕਿਸੇ ਨੂੰ ਬੇਗੁਨਾਹ ਨੂੰ ਕਿਸੇ ਫਾਂਸੀ ਦੇ ਦੇਣਗੇ ਨਾ। ਮਹਾਰਾਜ ਦੇ ਘਰ ਵਿੱਚ, ਉਹਦੇ ਘਰ ਵਿੱਚ ਜਿਹੜਾ ਹੈ ਨਾ ਚੰਗੀ ਤਰ੍ਹਾਂ ਦੇ ਨਾਲ ਪਿੱਖੀਅਤ ਦਾ ਭਾਵ ਹੁੰਦਾ, ਯੋਗ ਤਰ੍ਹਾਂ ਦੇ ਨਾਲ ਵੇਖਿਆ ਜਾਂਦਾ ਹੈ। ਸਭ ਕੁਝ ਉੱਥੇ ਜਾਣਿਆ ਜਾਂਦਾ ਵੀ ਇਹਨੇ ਕੀ ਕੁਝ ਕੀਤਾ। ਉਹਦੇ ਘਰ ਵਿੱਚ ਇੱਦਾਂ ਅਨਿਆਂ ਨਹੀਂ ਕਦੇ ਹੁੰਦਾ ਹੈ। ਆਪਾਂ ਸਗੋਂ ਕਹਿ ਦਿੰਦੇ ਵੀ ਰੱਬ ਨੇ ਸਾਡੇ ਨਾਲ ਅਨਿਆਂ ਕੀਤਾ, ਨਹੀਂ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਨਰ ਤਨ ਧਾਰ ਕਰਤ ਹੈ ਜਥਾ, ਬੇਤ ਸ਼ੁਭਾ ਸ਼ੁਭ ਹੋਏ ਹੈ ਤਥਾ। ਹਾਂਜੀ, ਜਿਹੜੇ ਨਰ ਨਾ ਮਨੁੱਖ ਤਨ ਧਾਰਨ ਕਰਕੇ ਜਿਵੇਂ ਕੰਮ ਕਰਦਾ ਹੈ, ਉਸੇ ਤਰ੍ਹਾਂ ਦੇ ਨਾਲ ਜਿਹੜਾ ਕੰਮ ਕਰਦਾ, ਉਸੇ ਤਰ੍ਹਾਂ ਦੇ ਨਾਲ ਬਿਦਤ ਸ਼ੁਭਾ ਸ਼ੁਭ ਹੋਏ ਤਹਿ ਤਥਾ, ਉਸੇ ਪ੍ਰਕਾਰ ਦੇ ਨਾਲ ਸ਼ੁਭ ਤੇ ਅਸ਼ੁਭ ਕਾਰਜ ਉਹਦੇ ਪ੍ਰਗਟ ਹੋ ਜਾਂਦੇ ਹਨ। ਜਿਵੇਂ ਦੇ ਕੰਮ ਕਰਦੇ ਨਾ ਆਪਾਂ ਜੀ, ਅਣਕ ਪੜਦੇ ਮਹਿ ਕਮਾਵੇ ਵਿਕਾਰ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਉਹਦੇ ਘਰ ਦੇ ਵਿੱਚ ਨਾ ਸਾਰਾ ਕੁਝ ਸ਼ੁਭ ਅਸ਼ੁਭ ਕੀਤੇ ਕਰਮ ਪ੍ਰਗਟ ਹੁੰਦੇ ਹਨ। ਦੁਖ ਸੁਖ ਭੋਗੈ ਕਿਰਤ ਅਨਸਾਰੀ, ਕੂਰੇ ਵੇਖ ਕੂਪਰੈ ਧਾਰੀ। ਜਿਹੜਾ ਦੁੱਖ ਸੁੱਖ ਨਾਲ ਸਾਡੀ ਕਿਰਤ ਅਨੁਸਾਰ ਅਸੀਂ ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਭੋਗਦੇ ਹਾਂ। ਜਿਹੜੇ ਉੱਪਰੋਂ ਝੂਠਾ ਭੇਖ ਧਾਰ ਲੈਂਦੇ ਹਨ, ਉੱਪਰੋਂ ਝੂਠਾ ਭੇਖ ਬਣਾ ਲਿਆ, ਅੰਦਰੋਂ ਪਾਪ ਕਰਮ ਵਿਸ਼ਈ ਭੈੜੇ ਕਰਮ ਕਰਦਾ ਹੈ, ਉਹ ਇਦਾਂ ਨਹੀਂ ਬਚਦਾ ਹੈ। ਤਿਸ ਤੇ ਨਹਿ ਸਹਾਇਤਾ ਹੋਏ, ਕਰੈ ਕਿਰਤ ਨਰ ਭੁਗਤੈ ਸੋਏ। ਮਹਾਰਾਜ ਸਾਹਿਬ ਜੀ ਕਹਿੰਦੇ ਬਹਾਦਰ ਸ਼ਾਹ
ਇਸ ਤਰ੍ਹਾਂ ਦੇ ਨਾਲ ਇਹ ਕਲਮਾਂ ਵੀ ਸਾਡੀ ਸਹਾਇਤਾ ਨਹੀਂ ਕਰ ਸਕਦੀਆਂ। ਜਿਹੋ ਜੀ ਕਿਰਤ ਕਰਾਂਗੇ, ਜਿਹੋ ਜਿਹਾ ਕਰਮ ਕਰਾਂਗੇ, ਉਦਾਂ ਦਾ ਹੀ ਭੋਗਣਾ ਪੈਣਾ ਹੈ। ਦੇਖਿਓ ਪ੍ਰਤੱਖ ਇਹਾਂ ਤੁਮ ਜਥਾ, ਪ੍ਰਭੂ ਦਰਗਾਹ ਲਿਆਵ ਹੈ ਤਥਾ। ਹੁਣ ਤੂੰ ਆਪਣੀ ਅੱਖਾਂ ਦੇ ਨਾਲ ਸਾਰਾ ਕੁਝ ਵੇਖ ਲਿਆ ਵੀ ਇਹ ਤੇ ਕਲਮਾਂ ਦੇ ਲਿਖੀਆਂ, ਪਰ ਅੰਦਰੋਂ ਖੋਟਾ ਸੀ, ਇਹ ਕਿਸੇ ਦੁਕਾਨ ਤੇ ਨਹੀਂ ਚੱਲਿਆ। ਇਸੇ ਤਰ੍ਹਾਂ ਜੇ ਬਾਹਰੀ ਤੌਰ ਤੇ ਆਪਾਂ ਕਲਮਾਂ ਪੜਾਂਗੇ ਰੱਬ ਦੇ ਘਰ ਵਿੱਚ, ਜੇ ਸਾਡੇ ਅੰਦਰ ਖੋਟ ਆ, ਅਸੀਂ ਵੀ ਰੱਬ ਦੇ ਘਰ ਵਿੱਚ ਪ੍ਰਵਾਨ ਨਹੀਂ ਹੋਵਾਂਗੇ। ਅੰਤਰ ਸ਼ੁੱਧ ਭਏ ਛੁੱਟ ਜਾਏ ਹੈ, ਅੰਤਰ ਖੋਟੇ ਮਹਾਂ ਦੁਖ ਪਾਏ ਹੈ। ਜੇ ਅੰਦਰੋਂ ਸ਼ੁੱਧ ਹੋਵਾਂਗੇ ਨਾ, ਅੰਦਰੋਂ ਤੇ ਬਾਹਰੋਂ ਇੱਕੋ ਜਿਹੇ ਬਣ ਜਾਵਾਂਗੇ, ਫਿਰ ਤਾਂ ਛੁੱਟ ਜਾਵਾਂਗੇ, ਫਿਰ ਤਾਂ ਸਾਡਾ ਪਾਰ ਉਤਾਰਾ ਹੋ ਜਾਵੇਗਾ। ਜੇ ਅੰਦਰ ਖੋਟ ਰੱਖਾਂਗੇ ਤੇ ਬਾਹਰੋਂ ਚੰਗੇ ਹੋਣ ਦਾ ਢੋਂਗ ਰਚਾਂਗੇ, ਬਾਹਰੋਂ ਚੰਗੇ ਬਣ ਕੇ ਦੁਨੀਆ ਨੂੰ ਦਿਖਾਵਾਂਗੇ, ਅੰਦਰ ਖੋਟ ਹੈ ਸਾਡੇ, ਫਿਰ ਆਪਾਂ ਕਦੇ ਵਾਸਤੇ ਛੁੱਟ ਨਹੀਂ ਸਕਾਂਗੇ। ਬਹਿਰ ਭੇਖ ਮਾਨੇ ਕੋ ਨਾਹੀ, ਕਰਮ ਸ਼ੁਭਾਸ਼ੁਭ ਮਿਟੇ ਨ ਕਾਹੀ। ਜਿਹੜੇ ਨਾ ਬਾਹਰਲੀ ਭੇਖ ਨੂੰ ਨਹੀਂ ਕੋਈ ਮੰਨਦਾ ਜੀ, ਬਾਹਰੀ ਭੇਖ ਬਣਾ ਕੇ ਤੁਰਾ ਫਿਰਾਂਗੇ, ਅੰਦਰੋਂ ਸਾਡੇ ਉਹ ਕਰਮ ਸਾਡੇ ਅੰਦਰ ਉਹ ਜਿਹਾ ਭੇਖ ਅਨੁਸਾਰ ਸਾਡੀ ਰਹਿਣੀ ਬਹਿਣੀ ਉੱਦਾਂ ਦੀ ਨਹੀਂ ਹੈ, ਤੇ ਫਿਰ ਅਸੀਂ ਰੱਬ ਦੇ ਘਰ ਪ੍ਰਵਾਨ ਨਹੀਂ ਹੋਣਾ। ਜਿਹੜੇ ਸ਼ੁਭ ਕਰਮ ਨੇ ਉਹਨਾਂ ਨੂੰ ਵੀ ਕੋਈ ਨਹੀਂ ਖੋ ਸਕਦਾ ਜੀ। ਮਹਾਰਾਜ ਦੀ ਬਾਣੀ ਕਹਿੰਦੀ, ਪ੍ਰੇਮ ਪਟੋਲਾ ਤੈਸੈਂ ਦਿੱਤਾ ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈ ਮੈਡਾ ਨਾਨਕ, ਸਾਰ ਨਾ ਜਾਣਾ ਤੇਰੀ ਤੈਡੇ ਸਿਮਰਨ ਹਬ ਕਿਛ ਲੱਦਮ, ਬਿਖਮ ਨਾ ਡਿਠਮ ਕੋਈ, ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਜਿਹੜੀ ਪ੍ਰਮਾਤਮਾ ਦੀ ਬਖਸ਼ਿਸ਼ ਹੈ ਨਾ, ਜੇ ਚੰਗੇ ਕਰਮ ਕਰਾਂਗੇ ਉਹਨੂੰ ਖੋ ਵੀ ਨਹੀਂ ਕੋ ਸਕਦਾ ਤੇ ਮਿਟਾ ਵੀ ਨਹੀਂ ਸਕਦਾ। ਇਸ ਕਰਕੇ ਜਿਹੜਾ ਇਕੱਲੇ ਧਰਮ ਦਾ ਮਖੌਟਾ ਪਾ ਕੇ ਪ੍ਰਵਾਨੀ ਹੋਣਾ, ਸ਼ੁਭ ਕਰਮਾਂ ਕਰਕੇ ਰੱਬ ਦੇ ਘਰ ਦੀ ਪ੍ਰਵਾਨਗੀ ਮਿਲਦੀ ਹੈ। ਅਪਰ ਸੁਨ ਕੈ ਸ਼ਾਹੋ ਬਹਾਦਰ ਮੌਨ, ਧਿੜ ਲਗ ਦੂਜੈ ਕਹੇ ਦਿਸ਼ਾ ਕ੍ਰਿਯਤੌਨ। ਬਹਾਦਰ ਸ਼ਾਹ ਸੁਣ ਕੇ ਨਾ ਜੀ ਮੌਨ ਚੁੱਪ ਰਿਹਾ, ਪਰ ਉਸ ਦੇ ਨੈਣ ਜਿਹੜੇ ਸੀ ਨਾ ਅੱਖਾਂ, ਉਸ ਬੱਚੀ ਦੇ ਵੱਲ ਹੀ ਫਿਰ ਦੇਖੀ ਜਾਂਦਾ। ਨਾਲੇ ਮਹਾਰਾਜ ਸਮਝਾ ਗਏ ਸਾਰੀ ਗੱਲ, ਪਰ ਅੰਦਰ ਦੀ ਲਾਲਸਾ ਅਜੇ ਵੀ ਮਿਟੀ ਨਹੀਂ, ਉਸ ਬੱਚੀ ਦੇ ਰੂਪ ਵੱਲ ਦੇਖੀ ਜਾਂਦਾ ਹੈ। ਅਪਰ ਪ੍ਰਸੰਗ ਏਕ ਦੋ ਇੱਕ ਹੈ, ਉਤਰੇ ਉਚਿਤ ਗੁਰੂ ਤੇ ਲਹੈ। ਇੱਕ ਦੋ ਪ੍ਰਸੰਗ ਹੋਰ ਚੱਲੇ ਜੀ, ਤੇ ਮਹਾਰਾਜ ਉਚਿਤ ਉਹਨੂੰ ਜਵਾਬ ਦਿੰਦੇ ਹਨ ਬਹਾਦਰ ਸ਼ਾਹ ਨੂੰ। ਬਹਾਦਰ ਸ਼ਾਹ ਨੂੰ ਜਵਾਬ ਦੇ ਕੇ ਸਾਰੀ ਗੱਲਬਾਤ ਕਲਗੀਧਰ ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ ਕਿ ਇਸ ਤਰ੍ਹਾਂ ਦੇ ਨਾਲ ਕੱਲੀਆਂ ਕਲਮਾਂ ਪੜ੍ਹ ਕੇ ਨਹੀਂ ਪ੍ਰਵਾਨ ਹੋਇਆ ਜਾਣਾ, ਅੰਦਰੋਂ ਪ੍ਰੇਮ ਹੋਵੇ, ਅੰਦਰ ਦੀ ਖੁਟਿਆਈ ਨੂੰ ਪਹਿਲਾਂ ਮਾਰੀਏ, ਫਿਰ ਰੱਬ ਦੇ ਘਰ ਪ੍ਰਵਾਨ ਹੋਣਾ ਹੈ। ਇਸ ਤਰ੍ਹਾਂ ਬਹਾਦਰ ਸ਼ਾਹ ਨੂੰ ਮਹਾਰਾਜ ਜੀ ਉਪਦੇਸ਼ ਕਰ ਰਹੇ ਹਨ। ਅੱਜ ਦੇ ਪ੍ਰਸੰਗ ਦੀ ਇੱਥੇ ਸਮਾਪਤੀ ਹੈ। ਇਤਿਹਾਸਕ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ ਅੱਗੇ ਤੋਂ ਸਤਿਗੁਰੂ ਸਮਤ ਬਖਸ਼ਿਸ਼ ਕਰਨ। ਅੱਜ ਸ਼ਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਹੈ। ਉਹਨਾਂ ਦੀ ਵਾਰਤਾਲਾਪ ਬਹੁਤ ਲੰਬੀ ਹੈ, ਪਰ ਜ਼ਕਰੀਆ ਖਾਨ ਵੱਲੋਂ ਜਿਹੜਾ 1745 ਦੇ ਵਿੱਚ ਸ਼ਾਹਬਾਜ਼ ਸਿੰਘ ਤੇ ਜਿਹੜਾ ਸੁਬੇਗ ਸਿੰਘ ਜੀਆਂ ਨੂੰ ਚਰਖੜੀਆਂ ਤੇ ਚੜ੍ਹਾ ਕੇ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ ਹੈ, ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਰੋਜ਼ਾਨਾ ਯਾਦ ਕਰ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜ੍ਹੇ। ਉਹ ਚਰਖੜੀਆਂ ਚੜ੍ਹਨ ਵਾਲੇ ਮਹਾਨ ਯੋਧਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਆਓ ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰਕੇ ਅਸਤੋਤਰ ਪੜ੍ਹ ਕੇ ਸਮਾਪਤੀ ਕਰੀਏ ਜੀ। ਸੁਣ ਕੇ ਸ਼ਾਹੋ ਬਹਾਦਰ ਮੌਨ, ਦ੍ਰਿਗ ਲਗ ਰਹੇ ਸੁਣ ਤ੍ਰਿਆ ਦਿਸ਼ ਤ੍ਰਿਆ ਤੌਨ। ਅਪਰ ਪ੍ਰਸੰਗ ਏਕ ਦੋਇ ਕਹਿ, ਉੱਤਰ ਉਚਿਤ ਗੁਰੂ ਤੇ ਲਹੈ। ਹੇ ਅਚੁਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੀਕ। ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਬਬੀਕ। ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨ ਹਾਰ। ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ।
ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰੂ, ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ।